पद बंद रामदास अर्जन गुरु बर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी अड़ेला मुला तब कर बंद बंदना पद करी बख्श खता हमार भूल बिन अनसरी पेव ना मानव जान दोख तुम नह रखै हो भ्रम देश होयो आप दोष रव मह लखै मुला तब कर बंद बंदना पद करी। वाहिगुरु जी का खालसा वाहिगुरु जी की फतेह। भगत वत्सल गुरु गरीब नवाज धन धन श्री गुरु नानक देव साहिब जी महाराज साहिब कमाल अमृत के दाते धन धन श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चवर छतर सिंघासन तख्त दे मालक धन धन श्री गुरु ग्रंथ साहिब जी महाराज गुरु प्यारी गुरु सवारी साध संगत जीओ आप गुरु की संगतां महाराज जी के सुंदर दरबार दीवान में सज रहे हो। गुरु जी की धुर की बाणी दे जाप सरवण करके लाह प्राप्त किया है। गुरु प्यारी साध संगत जीओ अज जगत पिता सतगुरु अगम अगाध पूर्ण परमेश्वर धन धन श्री गुरु अमरदास महाराज जी का प्रकाश दिहाड़ा है। आप गुरु की संगतां नूं महाराज जी के प्रकाश दिहाड़े दियां बेअंत बेअंत वधाइयां होण। धन धन गुरु अमरदास महाराज जी गुरु अमरदास की अकथ कथा है एक जीह कछ कही ना जाई। गुरु अमरदास महाराज जी की बहुत ही अमोल ते महान कथने तो रहत कथा है डूंगी। ये जिहड़ी एक जबान है एक रसना ऐसी सतगुरु जी की वडियाई नहीं कह सकती। गुरु अमरदास महाराज जी का जिहड़ा अवतार 1526 विक्रमी संमत वैसाख सुदी 14 दिन शुक्रवार 5 मई 1469 ईस्वी नूं उस वक्त 27 नक्षत्रां विचों कृतिका नक्षत्र सी। धन धन माता लक्ष्मी कौर जी
ਧੰਨ ਧੰਨ ਮਾਤਾ ਲక్ష్ਮੀ ਜੀ, ਜਿਨ੍ਹਾਂ ਦਾ ਨਾਮ ਰੂਪ ਕੌਰ ਕਰਕੇ ਵੀ ਹੈ, ਪਿਤਾ ਤੇਜਭਾਨ, ਉਹਨਾਂ ਦੇ ਗ੍ਰਹਿ ਵਿਖੇ ਪਿੰਡ ਬਾਸਰ ਕੇ ਜਿਹੜਾ ਗੁਰੂ ਜੀ ਦਾ ਅਵਤਾਰ ਹੋਇਆ। ਭੱਲਿਆਂ ਦੀ ਕੁੱਲ ਨੂੰ ਭਾਗ ਲਾਏ ਮਹਾਰਾਜ ਜੀ ਨੇ ਕਿ ਜਿਵੇਂ ਗੁਰੂ ਜੀ ਦੇ ਬਚਨ ਹੈ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਾਣੇ। ਉਹ ਕੁੱਲ ਵੰਸ ਧਨ ਹੁੰਦੀ ਹੈ, ਉਹ ਮਾਤਾ ਪਿਤਾ ਜੀ ਧਨ ਹਨ, ਜਿਹੜੇ ਰੱਬ ਦੇ ਪਿਆਰਿਆਂ ਨੂੰ ਜਨਮ ਦਿੰਦੇ ਹੈ। ਉਹ ਮਾਂ ਪਿਓ ਧਨ ਹੈ, ਉਹ ਕੁੱਲ ਵੀ ਧਨ ਹੈ ਅਤੇ ਹੋ ਜਾਂਦੇ ਆਪ ਵੀ। ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਨੇ ਬੇਅੰਤ ਸੇਵਾ ਕੀਤੀ, ਬਜ਼ੁਰਗ ਅਵਸਥਾ ਵਿੱਚ ਜਾ ਕੇ 72 ਸਾਲ ਦੀ ਉਮਰ ਵਿੱਚ ਸੇਵਾ ਆਰੰਭੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਆ ਕੇ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਕਿ 30-35 ਸਾਲਾਂ ਦੇ ਕਰੀਬ ਉਮਰ ਵਿੱਚੋਂ ਸਨ, ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਦੇ ਆ, ਬਜ਼ੁਰਗ, ਪਰ ਜਿਹੜੀ ਸੇਵਾ ਦੀ ਭਾਵਨਾ ਉਹ ਬੇਅੰਤੀ ਹੈ, ਡੂੰਘਾਈ ਵਾਲੀ। ਕਿਉਂਕਿ ਜਿਹੜਾ ਵਡੱਪਣ ਪੁਣੇ ਦੀ ਜਿਹੜੀ ਇੱਕ ਅਹਿਮੀਅਤ ਹੈ, ਜਿਹੜਾ ਆਪਣੇ ਆਪ ਨੂੰ ਵੱਡਾ ਸਮਝਣਾ ਹੈ ਅਤੇ ਛੋਟੇ ਸਮਝ ਕੇ ਆਪਣੇ ਆਪ ਨੂੰ ਸੇਵਾ ਕਰਨੀ ਬੜਾ ਔਖਾ ਹੈ। ਉਸ ਸੇਵਾ ਜਿਹੜੀ ਗੁਰੂ ਮਹਾਰਾਜ ਨੇ ਕੀਤੀ, ਜਦੋਂ ਕਿ ਅਸੀਂ ਲੋਕ ਨਹੀਂ ਐਸਾ ਤਿਆਗ ਕਰ ਸਕਦੇ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਮੈਂ ਵੱਡਾ ਹਾਂ, ਛੋਟੇ ਦੀ ਗੱਲ ਕਿਵੇਂ ਮੰਨਾਂ, ਮੇਰੀ ਤਾਂ ਹਰ ਕੰਮ ਵਿੱਚ ਉਮਰ ਬੀਤ ਗਈ ਹੈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮੱਥਾ ਟੇਕ ਦਿੱਤਾ, ਗੁਰੂ ਧਾਰਨ ਕਰ ਲਿਆ, ਉਸ ਦਿਨ ਹਮੇਸ਼ਾ ਹੀ ਭਲਾ ਹੀ ਮੰਨਿਆ, ਹੁਕਮ ਮੰਨਿਆ। ਉਹ ਹੁਕਮ ਦੀ ਸੇਵਾ ਕਰਨੇ ਕਰਕੇ ਬਚਨ ਵੀ ਕਹੇ ਕਿ ਭਾਈ ਸੋ ਸਿੱਖ ਸਖਾ ਬੰਦ ਪਹਿ, ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ, ਭਾਈ ਵਿਛੜ ਚੋਟਾਂ ਖਾਵੇ। ਉਹੀ ਗੁਰੂ ਦੇ ਪਿਆਰੇ ਸਖੇ ਹੈ, ਰਿਸ਼ਤੇਦਾਰ ਹੈ, ਭਰਾ ਹਨ, ਜਿਹੜੇ ਗੁਰੂ ਜੀ ਦਾ ਬਚਨ ਮੰਨਦੇ, ਦੂਜੇ ਕੋਈ ਨਹੀਂ ਹੈ। ਜਿਹੜੇ ਬਚਨ ਨਹੀਂ ਮੰਨਦੇ, ਆਪਣੀ ਮਰਜ਼ੀ ਦੀ ਸੇਵਾ ਕਰਦੇ, ਉਹ ਵਿਛੜ ਜਾਂਦੇ ਗੁਰੂ ਤੋਂ ਇੱਕ ਦਿਨ, ਫਿਰ ਚੋਟਾਂ ਖਾਂਦੇ। ਕਿਉਂਕਿ ਮਹਾਰਾਜ ਜੀ ਨੇ ਆਪ ਗੁਰਸੇਵਾ ਤਪਾ ਸਿਰ ਤਪਸਾਰ ਕੀਤੀ ਹੈ ਅਤੇ 12 ਸਾਲ ਸੇਵਾ ਕੀਤੀ ਬੇਅੰਤ। ਜਿਹੜੀ ਗਾਗਰ ਵਿੱਚ ਪਾਣੀ ਲਿਆਉਣ ਦੀ ਸੇਵਾ, ਕਿੱਥੇ ਖਡੂਰ ਸਾਹਿਬ ਹੈ, ਕਿੱਥੇ ਗੋਇੰਦਵਾਲ ਸਾਹਿਬ ਬਿਆਸ ਦਰਿਆ ਹੈ, ਉੱਥੋਂ ਜਲ ਲਿਆਉਣ ਦੀ ਸੇਵਾ ਕੀਤੀ ਮਹਾਰਾਜ ਜੀ ਨੇ। ਬਹੁਤ ਕਠਿਨ ਹੈ, 62 ਸਾਲ ਦੀ ਉਮਰ ਵਿੱਚ ਗਾਗਰ ਲੈ ਕੇ ਆਉਣਾ ਜਾਣਾ। ਆ ਪੈਦਲ ਸਾਧਨ 'ਤੇ ਜਾਣਾ ਪੈ ਜੇ ਅੱਜ ਕੱਲ੍ਹ 10 ਦਿਨ, ਅਸੀਂ ਤਾਂ ਵੀ ਸੇਵਾ ਨਹੀਂ ਕਰ ਸਕਦੇ ਕਿ ਰੋਜ਼ ਕਿਹੜਾ ਜਾਵੇ। ਪਰ ਮਹਾਰਾਜ ਜੀ ਤੇ ਅੰਮ੍ਰਿਤ ਵੇਲੇ ਰਾਤ ਜਾਂਦੇ, ਅਤੇ ਜਿੱਥੇ ਅੱਜ ਦਮਦਮਾ ਸਾਹਿਬ ਸਥਾਨ ਹੈ ਬਣਿਆ ਹੋਇਆ ਖਡੂਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਵਿੱਥ 'ਤੇ, ਉੱਥੇ ਤੱਕ ਗੁਰੂ ਜੀ ਖਡੂਰ ਸਾਹਿਬ ਵੱਲ ਮੁੱਖ ਕਰਕੇ ਅਤੇ ਪੁੱਠੇ ਪੈਰੀ ਜਾਂਦੇ ਸਨ। ਉੱਥੋਂ ਤੱਕ ਜਪਜੀ ਸਾਹਿਬ ਦੇ ਪਾਠ ਕਰਦੇ ਜਾਣਾ, ਉੱਥੇ ਜਪਜੀ ਸਾਹਿਬ ਬਾਣੀ ਦਾ ਭੋਗ ਪਾ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਫਿਰ ਜਾਣਾ ਵੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਪਿੱਠ ਕਰਨ ਲੱਗੇ ਹਾਂ, ਮਹਾਰਾਜ ਜਾਣੇ ਅਣਜਾਣੇ 'ਚ ਭੋਲੀਏ ਸਾਡੀ, ਸਾਨੂੰ ਬਖਸ਼ ਲੈਣਾ। ਫਿਰ ਉੱਥੇ ਪਹੁੰਚਣਾ, ਸਰਦੀ ਦੇ ਦਿਨ ਵੀ ਲੰਘੇ, ਉਦੋਂ ਗਰਮੀ ਦੇ ਦਿਨ ਵੀ ਆਉਂਦੇ ਸਨ। ਅੱਜ ਕੱਲ੍ਹ ਕਿੰਨੀ ਠੰਡ ਹੁੰਦੀ ਸਿਆਲ 'ਚ, ਜਦੋਂ ਕਿ ਬਹੁਤ ਪ੍ਰਦੂਸ਼ਣ ਹੈ, ਆਵਾਜਾਈ ਹੈ। ਮਹਾਰਾਜ ਜੀ ਸਮੇਂ 'ਤੇ ਕੋਈ ਪ੍ਰਦੂਸ਼ਣ ਹੈ ਨਹੀਂ ਸੀ, ਠੰਡ ਵੀ ਬੇਅੰਤ ਪੈਂਦੀ ਸੀ। ਇੱਕ ਬਜ਼ੁਰਗ ਅੰਗ ਹੈ ਸਰੀਰ ਦੇ, ਅਤੇ ਬਹੁਤ ਜਿਹੜੇ ਮਹਾਰਾਜ ਦੇ ਚਰਨਾਂ ਦੀਆਂ ਅੱਡੀਆਂ ਵੀ ਪਾਟ ਜਾਂਦੀਆਂ, ਖੂਨ ਆਉਣ ਲੱਗ ਪੈਂਦਾ।
ਪਰ ਗੁਰੂ ਜੀ ਨੇ ਸੇਵਾ 'ਚ ਫਰਕ ਨਹੀਂ ਪੈਣ ਦਿੱਤਾ। ਇੱਕ ਜਿਹੜਾ ਚੋਲਾ ਪਹਿਨ ਕੇ ਰੱਖਿਆ ਉਹ ਫਟ ਜਾਂਦਾ ਸੀ, ਉਹਨੂੰ ਹੀ ਸੀ ਲੈਂਦੇ ਸਨ ਮਹਾਰਾਜ। ਟਾਕੀਆਂ ਲਾ ਲੈਣੀਆਂ ਉਸ ਚੋਲੇ ਨੂੰ ਹੀ, ਪਰ ਕਦੀ ਕਿੰਤੂ ਨਹੀਂ ਕੀਤਾ ਵੀ ਮਹਾਰਾਜ ਜੀ ਦੀ ਸੇਵਾ ਕਰਦੇ ਆ, ਇੰਨਾ ਚੜਾਵਾ ਚੜ੍ਹਦਾ ਹੈ ਵੀ ਚੋਲੇ ਜੋਗਾ ਕੱਪੜਾ ਵੀ ਨਹੀਂ ਹੈਗਾ। ਸੇਵਾ ਇਹੀ ਹੈ ਹੁਕਮ ਦੀ, ਨਿਮਾਣੇ ਰਹਿਣਾ, ਸਭ ਕੁਝ ਗਵਾ ਕੇ ਸੇਵਾ ਕਰਨੀ। ਤਾਂ ਹੀ ਗੁਰੂ ਜੀ ਦਾ ਆਪਣਾ ਬਚਨ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸਾਧ ਸੰਗਤ ਜੀ, ਜੋ ਮਹਾਰਾਜ ਜੀ ਨੇ ਸੇਵਾ ਕੀਤੀ ਹੈ ਉਹਦਾ ਸਾਡੇ ਵਰਗੇ ਜਿਹੜੇ ਅਲਪੱਗ ਬੜੀ ਮਾੜੀ ਮੱਤ ਵਾਲੇ ਜੀਵ ਉਹ ਕੀ ਕਥਨ ਕਰ ਸਕਦੇ ਹੈ। ਨਾ ਹੀ ਕੋਈ ਸੇਵਾ ਕਰਦੇ ਆ, ਫਿਰ ਗੁਰੂ ਜੀ ਦੇ ਬਾਰੇ ਕੀ ਅਸੀਂ ਕਥਨ ਕਰ ਸਕਦੇ ਵੀ ਸੇਵਾ ਇੱਦਾਂ ਦੀ ਹੁੰਦੀ ਹੈ। ਅੱਜ ਕੱਲ੍ਹ ਲੋਕਾਂ ਦੀਆਂ ਬਹੁਤ ਗੱਲਾਂ ਹਨ, ਸੇਵਾ ਦੇ ਕੋਈ ਹੈ ਨਹੀਂ। ਝਗੜਾ ਜ਼ਰੂਰ ਹੈ ਲੋਕਾਂ ਦਾ ਬਹੁਤ, ਸੇਵਾ ਕੋਈ ਹੈ ਨਹੀਂ। ਗੁਰੂ ਘਰ ਦੀ ਹੁੰਦੀ ਸੇਵਾ ਨੂੰ ਡੱਕਣਾ ਜ਼ਰੂਰ ਹੈ, ਰੋਕਣਾ ਜ਼ਰੂਰ ਹੁੰਦਾ ਲੋਕਾਂ ਨੇ। ਜੋ ਮਹਾਰਾਜ ਜੀ ਨੇ ਸੇਵਾ ਕੀਤੀ ਹੈ ਉਹਦਾ ਤਾਂ ਕੋਈ ਕਥਨ ਹੀ ਨਹੀਂ ਕਰ ਸਕਦਾ। ਤਾਂ ਹੀ ਜਿਹੜੇ ਹੈ ਭੱਟ ਸਾਹਿਬਾਨਾਂ ਨੇ ਕਿਹਾ ਕਿ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ। ਮਹਾਰਾਜ ਤੁਹਾਡੀ ਮਹਿਮਾ ਨਹੀਂ ਕਹੀ ਜਾ ਸਕਦੀ। ਅਤੇ ਮਹਾਰਾਜ ਜੀ ਨੇ 84 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। 12 ਸਾਲ ਸੇਵਾ ਕੀਤੀ, ਸਾਲ ਬਾਅਦ ਇੱਕ ਸਰੂਪਾ ਪ੍ਰਾਪਤ ਹੁੰਦਾ ਸੀ, ਉਹ ਝੋਲੀ ਵਿੱਚ ਪਾ ਲੈਂਦੇ, ਦੂਸਰਾ ਵਚਨ ਨਹੀਂ ਕਹਿੰਦੇ। ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸਾਰਾ ਸਾਲ ਬੁਲਾਉਂਦੇ ਨਹੀਂ ਕਿਤੇ। ਅੰਮ੍ਰਿਤ ਵੇਲੇ ਕਿਤੇ ਇਸ਼ਨਾਨ ਕਰਦਿਆਂ ਕਿਤੇ ਬੁਲਾ ਲਿਆ, ਉਹ ਵੀ ਗੁਰੂ ਮਹਾਰਾਜ ਨੇ ਕੋਈ ਲੋੜਵੰਦ ਚੀਜ਼ ਹੋਈ ਤੇ ਕਹਿ ਦਿੱਤਾ, ਨਹੀਂ ਤੇ ਬਚਨ ਵਿਲਾਸ ਹੀ ਨਹੀਂ ਸੀ ਕਰਦੇ। ਤੇ ਗੁਰੂ ਅਮਰਦਾਸ ਮਹਾਰਾਜ ਲੱਕੜਾਂ ਲਿਆਇਆ ਕਰਦੇ, ਨਾਲੇ ਲੱਕੜਾਂ ਲੰਗਰ ਦੀ ਸੇਵਾ। ਇੱਕ ਦਿਨ ਵਿੱਚ ਹੋਰ ਸਿਮਰਨ ਤੇ ਵੱਖਰਾ 84 ਪਾਠ ਜਪਜੀ ਸਾਹਿਬ ਦੇ ਕਰਦੇ। ਇੱਕ ਪਾਠ ਜਪਜੀ ਸਾਹਿਬ ਦਾ ਕਰਨਾ ਬਹੁਤ ਔਖਾ ਅੱਜ ਕੱਲ੍ਹ। 84 ਪਾਠ ਕਰਿਆ ਕਰਦੇ ਮਹਾਰਾਜ। ਨਿਤਨੇਮ ਸੀ ਗੁਰੂ ਜੀ ਦਾ। ਜਿਸ ਦਿਨ ਗੁਰੂ ਜੀ ਨੇ ਗੁਰਤਾ ਬਖਸ਼ੀ, 12 ਵਾਰ ਬਖਸ਼ੇ, ਸੇਵਾ 'ਤੇ ਪ੍ਰਸੰਨ ਹੋ ਕੇ ਕਿ ਆਪ ਜੀ 'ਤੇ ਨਿਮਾਣੇ ਦੇ ਮਾਣ ਹੋ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਲੱਜਿਆਂ ਦੀ ਲੱਜ। ਮਹਾਰਾਜ ਨੂੰ 12 ਵਾਰ ਬਖਸ਼ੇ ਸੀ। ਅਤੇ ਫਿਰ ਗੋਇੰਦਵਾਲ ਪੁਰੀ ਜਿਹੜੀ ਗੋਂਦਾ ਖੱਤਰੀ ਸੀ, ਜਿੱਥੇ ਭੂਤ ਵਸਦੇ ਸਨ, ਉਹ ਨਗਰੀ ਨੂੰ ਵੀ ਵਸਾਉਣਾ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਗਿਆ ਪਾ ਕੇ ਉੱਥੇ ਜਿੰਨੇ ਦੈਂਤ ਜਿੰਨੇ ਇਕੱਠੇ ਹੋਏ ਸੀ, ਉਹ ਸਾਰੇ ਦੇ ਸਾਰੇ ਮਹਾਰਾਜ ਜੀ ਨੇ ਕਿਰਪਾ ਦੀ ਛਟੀ ਨਾਲ ਨਠਾਏ। ਬਹੁਤ ਵੱਡਾ ਜਿਹੜਾ ਤੀਰਥ ਬੌਲੀ ਸਾਹਿਬ ਉਹ ਜਿਹੜਾ ਬਣਾਇਆ, ਸਭ ਤੋਂ ਪਹਿਲਾਂ ਸਾਡਾ ਸਿੱਖਾਂ ਦਾ ਤੀਰਥ ਬੌਲੀ ਸਾਹਿਬ। ਉਸ ਬੌਲੀ ਸਾਹਿਬ ਦੀ ਸੇਵਾ ਕਰਵਾਈ ਮਹਾਰਾਜ ਜੀ ਨੇ। ਐਸਾ ਗਿਆਨ ਬਖਸ਼ਿਆ, ਜਿਹੜਾ ਭਾਈ 84 ਪਾਠ ਕਰੇਗਾ, 84 ਇਸ਼ਨਾਨ ਕਰੇਗਾ, ਇੱਕ ਰਸ, ਉਹਦੀ 84 ਲੱਖ ਜੂਨ ਕੱਟੀ ਜਾਏਗੀ। ਉਹਦੇ ਵਿੱਚ ਹੀ ਤੀਰਥ ਦੇ ਵਿੱਚ ਨਾਲ ਦੀ ਨਾਲ ਜਪਜੀ ਸਾਹਿਬ ਬਾਣੀ ਦਾ ਮਹਾਤਮ ਜਣਾਇਆ ਕਿ ਇੱਕ ਜਪਜੀ ਸਾਹਿਬ ਪਾਠ ਕੀਤੇ ਨਾਲ 1 ਲੱਖ ਜੂਨ ਕੱਟੀ ਜਾਂਦੀ ਹੈ। ਉਹ ਤੀਰਥ ਦੇ ਵਿੱਚ ਇਹ ਮਹਾਤਮ ਜਣਾਇਆ। ਗੁਰੂ ਅਮਰਦਾਸ ਮਹਾਰਾਜ ਦੀ ਬੇਅੰਤ ਮਹਾਨ ਕਥਾ ਹੈ। ਬਚਨ ਆਉਂਦੇ ਹੈ ਗੁਰਬਾਣੀ 'ਚ ਕਿ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਤੇ ਐਸੇ ਧਨ ਹੋ ਕੇ ਕਨਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਗੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਮਹਾਰਾਜ ਜਿਹੜੀ ਤੁਹਾਡੀ ਉਪਮਾ ਹੈ ਉਹ ਤੁਹਾਨੂੰ ਹੀ ਬਣ ਆਉਂਦੀ ਹੈ। ਜਦੋਂ ਕਿ ਸ਼ਿਵ ਜੀ ਹਿਮਾਲੇ ਪਰਬਤ ਵਿੱਚ, ਕੈਲਾਸ਼ ਪਰਬਤ ਵਿੱਚ
88,000 ਵਰਾ ਭਗਤੀ ਕਰਦਾ ਇੱਕ ਗੂਠੇ ਦੇ ਖੜ ਕੇ, ਇੱਕ ਲੱਤ ਦੇ ਖੜ ਕੇ। ਇੱਕ ਰਸ ਹੈ ਜਿਹੜੀ ਕੋਈ ਕਰ ਹੀ ਨਹੀਂ ਸਕਦਾ, ਉਹਦਾ ਵੀ ਮਹਾਰਾਜ ਅੰਤ ਹੋ ਪਾਇਆ ਜਾ ਸਕਦਾ ਹੈ। ਜੋ ਗੁਰੂ ਸਤਿਗੁਰੂ ਹੈ, ਭਾਵ ਵਿਸ਼ਨੂੰ ਭਗਵਾਨ, ਸਦਾ ਇਹ ਜਿਹੜੇ ਗਿਆਨ 'ਚ ਵਰਤਦੇ ਹੈ, ਉਹਨਾਂ ਦੀ ਸਮਾਧੀ ਦਾ ਵੀ ਹਿਸਾਬ ਕਿਤਾਬ ਲੱਗ ਸਕਦਾ ਹੈ। ਸਮੁੰਦਰ ਦੇ ਵਿੱਚ ਕਿੰਨੀਆਂ ਤਰੰਗਾਂ ਉੱਠਦੀਆਂ, ਕਿੰਨੀ ਡੂੰਘਾਈ ਹੈ ਸਮੁੰਦਰ ਦੀ, ਉਹਦਾ ਵੀ ਪਤਾ ਲੱਗ ਸਕਦਾ ਹੈ। ਚੰਦਰਮਾ ਵਿੱਚੋਂ ਕਿਰਨਾਂ ਨਿਕਲਦੀਆਂ, ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ, ਉਹਨਾਂ ਦਾ ਹਿਸਾਬ ਕਿਤਾਬ ਸ਼ਕਤੀ ਸਿੱਧੀ ਨਾਲ ਲਾਇਆ ਜਾ ਸਕਦਾ ਹੈ। ਬਨਸਪਤੀ ਵਿੱਚ ਖਿੜਦੇ ਫੁੱਲਾਂ ਦਾ ਪਤਾ ਲਾਇਆ ਜਾ ਸਕਦਾ ਹੈ। ਬੱਦਲ ਦੀਆਂ ਬੂੰਦਾਂ ਦੇ ਜਿਹੜੀਆਂ ਕਿਰਦੀਆਂ ਉਹਦੇ ਗਿਣੀਆਂ ਜਾ ਸਕਦੀਆਂ ਸ਼ਕਤੀ ਨਾਲ। ਪਰ ਮਹਾਰਾਜ ਤੁਹਾਡੀ ਮਹਿਮਾ ਨਹੀਂ ਕਹੀ ਜਾ ਸਕਦੀ, ਤੁਹਾਡੀ ਉਪਮਾ ਨਹੀਂ ਦਿੱਤੀ ਜਾ ਸਕਦੀ। ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ। ਮਹਾਰਾਜ ਕੀ ਉਪਮਾ ਦੇ ਸਕਦਾ ਮਨੁੱਖ, ਜੇ ਤੁਸੀਂ ਹੋ। ਬੂੰਦਾਂ ਨੇ ਬੂੰਦਾਂ ਹੀ ਰਹਿਣਾ ਹੈ, ਸਮੁੰਦਰ ਨੇ ਸਮੁੰਦਰ ਹੀ ਰਹਿਣਾ ਹੈ। ਬੂੰਦ ਸਮੁੰਦਰ 'ਚ ਸਮਾ ਕੇ ਤੇ ਉਹ ਆਪਣੇ ਆਪ ਨੂੰ ਸਮੁੰਦਰ ਬਣਾ ਸਕਦੀ ਹੈ, ਪਰ ਸਮੁੰਦਰ ਜੇ ਬੂੰਦ ਚਾਹਵੇ ਵੀ ਮੈਂ ਇੱਦਾਂ ਇਕੱਲੀ ਸਮੁੰਦਰ ਖਵਾਣਾ, ਉਹ ਤਾਂ ਨਹੀਂ ਹੋ ਸਕਦਾ। ਗੁਰੂ ਅਮਰਦਾਸ ਮਹਾਰਾਜ ਤੇ ਗਿਆਨ ਬ੍ਰਹਮ ਦੇ ਕੀ ਦਸੀਏ ਸਾਧ ਸੰਗਤ ਜੀ, ਬੇਅੰਤ ਵੱਡੇ ਸਾਗਰ ਹੈ ਮਹਾਰਾਜ। ਐਸੇ ਸਤਿਗੁਰਾਂ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਗੁਰੂ ਜੀ ਦੇ ਸ਼ਾਦੀ ਮਾਤਾ ਜੀ ਦੇ ਨਾਲ ਹੋਈ, ਜਿਨ੍ਹਾਂ ਜੋ ਸਤਿਗੁਰ ਜੀ ਦੇ ਮਹਿਲ ਸਨ, ਮਾਤਾ ਰਾਮੋ ਜੀ ਖੇਮ ਕਰਨ ਤੋਂ ਜਿਨ੍ਹਾਂ ਦੇ ਨਾਲ ਸ਼ਾਦੀ ਹੋਈ ਗੁਰੂ ਅਮਰਦਾਸ ਜੀ ਦੀ। 4 ਸਪੁੱਤਰ ਹੋਏ, 4 ਜਿਹੜੇ ਗੁਰੂ ਜੀ ਦੀ ਸੰਤਾਨਾਂ ਹੋਈਆਂ। ਪਹਿਲੇ ਵੱਡੇ ਬਾਬਾ ਮੋਹਨ ਜੀ, ਦੂਸਰੇ ਬਾਬਾ ਮੋਹਰੀ ਜੀ, ਤੀਸਰੇ ਬੀਬੀ ਦਾਨੀ ਜੀ, ਚੌਥੇ ਬੀਬੀ ਭਾਨੀ ਜੀ। ਤੇ ਐਸੇ ਗੁਰੂ ਮਹਾਰਾਜ ਜਿਨ੍ਹਾਂ ਨੇ ਸੋਢੀ ਕੁਲ ਵਿੱਚ ਗੁਰਤਾ ਦੇ ਦਿੱਤੀ। ਫਿਰ ਸੋਢੀਆਂ ਦੀ ਕੁਲ ਵਿੱਚ ਇਹ ਬਚਨ ਵੀ ਗੁਰੂ ਜੀ ਨੇ ਆਪ ਹੀ ਕੀਤਾ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਿਹੜਾ ਹੈ ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰਤਾ ਬਖਸ਼ੀ ਸੀ। 21 ਸਾਲ ਕੁਝ ਮਹੀਨੇ 5 ਮਹੀਨੇ ਤੱਕ, ਭਾਵ 21.5 ਸਾਲ ਗੁਰੂ ਜੀ ਨੇ ਗੁਰਤਾ 'ਤੇ ਬਿਰਾਜਮਾਨ ਰਹੇ। 105 ਸਾਲ 4 ਮਹੀਨੇ 1 ਦਿਨ ਮਹਾਰਾਜ ਨੇ ਪੂਰਨ ਜਿਹੜੀ ਆਪਣੀ ਸਾਰੀ ਅਵਸਥਾ ਉਮਰ ਦੀ ਬਤਾਉਣਾ ਕੀਤੀ। ਅਤੇ ਜੋ ਗੁਰੂ ਰਾਮਦਾਸ ਮਹਾਰਾਜ ਸਨ, 6 ਸਾਲ ਦੇ ਕਰੀਬ ਉਮਰ ਉਹਨਾਂ ਨੂੰ ਬਖਸ਼ੀ ਆਪਣੀ। ਜੋ ਸਤਿਗੁਰ ਜੀ ਦੀ ਉਮਰ ਜਿਹੜੀ ਉਹ ਘਟ ਗਈ ਸੀ, ਪੂਰੀ ਹੋ ਗਈ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹ ਉਮਰਾਂ ਬਖਸ਼ੀ। 72 ਪੀੜੇ ਬਖਸ਼ੇ ਮਾਈਆਂ ਨੂੰ ਗੁਰਮਤਿ ਪ੍ਰਚਾਰ ਕਰਨ ਦੇ। 22 ਮੰਜੀਆਂ ਥਾਪੀਆਂ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਸਿੱਖਾਂ ਨੂੰ। ਜਿਹੜੇ ਨਿਮਾਣੇ ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ ਸੀ, ਉਹਨਾਂ ਨੂੰ ਗੁਰੂ ਜੀ ਨੇ ਚੁੱਕ ਕੇ ਤੇ ਰਾਜੇ ਮਹਾਰਾਜੇ ਬਣਾ ਦਿੱਤਾ। ਨਿਮਾਣਿਆਂ ਦੇ ਮਾਣ ਗੁਰੂ ਮਾਣ ਬਖਸ਼ਿਆ। ਜਿਨ੍ਹਾਂ ਨੂੰ ਕੋਈ ਤਾਣ ਨਹੀਂ ਸੀ, ਆਸਰਾ ਨਹੀਂ ਸੀ, ਉਹਨਾਂ ਨੂੰ ਤਾਣ ਬਖਸ਼ਿਆ, ਬਲ ਬਖਸ਼ਿਆ। ਐਸੇ ਗੁਰੂ ਜੀ ਦੀ ਆਪਾਂ ਕੀ ਵਡਿਆਈ ਕਰ ਸਕਦੇ ਹਾਂ। ਮਹਾਰਾਜ ਦੇ ਪ੍ਰਕਾਸ਼ ਦੀਆਂ ਇੱਕ ਵਾਰ ਆਪ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਣ। ਸੰਖੇਪ ਦੇ ਵਿੱਚ ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਜਿਹੜੀ ਆਪਾਂ ਵਿਚਾਰ ਕੀਤੀ ਹੈ। ਅੱਗੇ ਜਿਵੇਂ ਆਪਾਂ ਰੋਜ਼ ਹੀ ਗੁਰੂ ਨਾਨਕ ਮਹਾਰਾਜ ਜੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ, ਸਰਵਣ ਕਰੀਏ। ਗੁਰੂ ਨਾਨਕ ਸਾਹਿਬ ਜੀ ਮੜੀਆਂ ਮਸਾਣਾ ਦੇ ਵਿੱਚ ਬੈਠੇ ਹੋਏ ਹੈ। ਗੁਰੂ ਜੀ ਦਾ ਸਹੁਰਾ ਮੂਲ ਚੰਦ ਨਵਾਬ ਕੋ ਚਲਿਆ ਗਿਆ। ਜਦੋਂ ਪਤਾ ਲੱਗਾ ਕਿ 760 ਰੁਪਏ ਮੇਰੇ ਜਵਾਈ ਨੇ ਲੈਣੇ ਆ, ਬਾਕੀ ਦੇ ਰਹਿੰਦੇ ਨਵਾਬ ਵੱਲ, ਇਹ ਚਲਿਆ ਗਿਆ ਉੱਥੇ ਜਾ ਕੇ ਪੁਕਾਰਾਂ ਕੀਤੀਆਂ, ਫਰਿਆਦਾਂ ਕੀਤੀਆਂ, ਨਵਾਬ ਮੇਰੀ ਗੱਲ ਸੁਣ, ਜਿਹੜੇ 760 ਰੁਪਏ ਉਹ ਦੇ ਤੂੰ। ਨਵਾਬ ਕਹਿਣ ਲੱਗਾ ਵੀ ਪੁਕਾਰ ਕਰਨ ਵਾਲਿਆ ਤੂੰ ਕੌਣ ਹੈ ਤੇ ਕਿਹਦੀ ਫਰਿਆਦ ਕਰ ਰਿਹਾ ਹੈ। ਕਹਿੰਦਾ ਵੀ ਜੋ ਆਪ ਜੀ ਦਾ ਮੋਦੀ ਹੈ ਗੁਰੂ ਨਾਨਕ ਸਾਹਿਬ, ਉਹ ਮੇਰੇ ਜਵਾਈ ਹੈ, ਮੈਂ ਉਹਨਾਂ ਦਾ ਸਹੁਰਾ ਸਮਝ ਲਿਆ ਤੂੰ। ਉਹਨਾਂ ਦੇ ਜਿਹੜੇ ਪੈਸੇ ਬਚੇ 760 ਰੁਪਏ ਮੈਨੂੰ ਦੇ। ਉਹਨਾਂ ਦੇ ਘਰ ਸੁਪਤਨੀ ਹੈ, ਘਰ ਪੁੱਤਰ ਹੈ,
ਉਹ ਆਪਣਾ ਖਰਚਾ ਚਲਾਉਣਗੇ। ਨਵਾਬ ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਦਾ ਤੂੰ ਅੱਛਾ ਸਹੁਰਾ ਹੈ, ਉਹ ਤੇ ਸਾਡਾ ਮੋਦੀ ਬਹੁਤ ਨੇਕ ਹੈ, ਤੇ ਤੂੰ ਕਿਵੇਂ ਉਹਨਾਂ ਦੀ ਫਰਿਆਦਾ ਕਰਦਾ ਹੈ। ਇਹ ਕਹਿੰਦਾ ਕੀ ਦੱਸਾਂ ਜੀ, ਉਹ ਤੇ ਝੱਲੇ ਬਾਵਲੇ ਹੋ ਗਏ ਹੈ, ਕਮਲੇ ਹੋ ਗਏ ਹੈ, ਉਹਨਾਂ 'ਚ ਤੇ ਝੂਠ ਭਰ ਗਿਆ ਹੈ, ਜੋ ਮੁੱਖ ਆਉਂਦਾ ਕਹੀ ਜਾਂਦੇ ਹੈ। ਗੁਰੂ ਜੀ ਦੇ ਬਾਰੇ ਇਹੋ ਜਿਹੇ ਵਿਚਾਰ ਸੁਣ ਕੇ ਨਵਾਬ ਚਿੰਤਤ ਹੋਇਆ। ਯਾਰ ਖਾਂ ਨੇ ਦੱਸਿਆ, ਜੋ ਪਾਸ ਹੀ ਸਿਪਾਹੀ ਖੜਾ ਸੀ ਚੰਗਾ ਸਮਝਦਾਰ, ਉਹ ਕਹਿੰਦਾ ਵੀ ਜੇ ਮੂਲ ਚੰਦ ਐਵੇਂ ਕਹਿੰਦਾ ਤੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖੋ ਕੀ ਕਹਿੰਦੇ ਹੈ, ਕਿਸ ਤਰ੍ਹਾਂ ਹੈ। ਇਹਨਾਂ ਕਾਜੀ ਨੂੰ ਬੁਲਾਇਆ ਹੈ ਨਵਾਬ ਨੇ, ਮੁੱਲੇ ਨੂੰ। ਉਹ ਮੁੱਲੇ ਨੂੰ ਸਾਰੀ ਗੱਲ ਸਮਝ ਆਈ। ਉਹ ਜੰਤਰ ਮੰਤਰ ਲਿਖ ਕੇ ਤਿਆਰੀ ਕਰ ਲਈ ਹੈ ਵੀ ਮੈਂ ਜਾਂਦਾ ਹਾਂ, ਜੇ ਉਹਨਾਂ ਵਿੱਚ ਕਹਿੰਦੇ ਭੂਤ ਵੜਿਆ ਤੇ ਭੂਤ ਕੱਢਦਾ ਹਾਂ। ਸਾਰੀ ਤਿਆਰੀ ਕਰਕੇ ਉੱਥੇ ਚਲਿਆ ਗਿਆ। ਬੜੇ ਲੋਕ ਇਕੱਠੇ ਹੋ ਗਏ। ਜਦੋਂ ਉੱਥੇ ਇਕੱਠੇ ਹੋਏ ਹੈ, ਇਹ ਮੁੱਲਾ ਜਾ ਕੇ ਨੇ ਵੱਟੀ ਜੀ ਵੱਟ ਕੇ ਪਲੀਤੇ ਜਿਹਨੂੰ ਅੱਗ ਲਾਈ ਹੈ ਵੱਟੀ ਨੂੰ, ਅਤੇ ਗੁਰੂ ਜੀ ਦੀ ਸਮਾਧੀ ਲੱਗੀ ਹੋਈ ਸੀ। ਉਹ ਮਸਾਣਾ ਵਿੱਚ ਲੋਕ ਇਕੱਠੇ ਹੋਏ ਤਮਾਸ਼ਾ ਵੇਖਣ ਵਾਲੇ, ਵੀ ਵੇਖਾਂਗੇ ਕਿਵੇਂ ਭੂਤ ਬੋਲਦਾ ਹੈ। ਅਤੇ ਮਹਾਰਾਜ ਜੀ ਦੀ ਸਮਾਧੀ ਲੱਗੀ ਸੀ ਅਡੋਲ। ਇਹਨੇ ਜਦੋਂ ਪਲੀਤਾ ਕੀਤਾ ਅੱਗ ਦਾ ਮੁੱਖ ਦੇ ਕੋਲ, ਨਾਸਾਂ ਦੇ ਕੋਲ, ਅਤੇ ਸਾਧ ਸੰਗਤ ਜੀ ਮਹਾਰਾਜ ਜੀ ਜਿਹੜੀ ਸਮਾਧੀ ਥੋੜ੍ਹੀ ਡੋਲੀ ਹੈ, ਕਾਲੇ ਜਿਹੇ ਪਏ ਹੈ ਵੀ ਇਹ ਧੂੰਆਂ ਕਿੱਥੋਂ ਆ ਗਿਆ ਹੈ। ਫਿਰ ਗੁਰੂ ਜੀ ਨੇ ਨੇਤਰ ਤੇ ਖੋਲ੍ਹੇ, ਨਹੀਂ ਪਹਿਚਾਣ ਲਿਆ ਵੀ ਇਹ ਤਾਂ ਸਾਡੇ ਸਹੁਰੇ ਜੀ ਦਾ ਹੀ ਕੰਮ ਹੈ। ਅਤੇ ਮਹਾਰਾਜ ਜੀ ਨੇ ਫਿਰ ਬਚਨ ਉਚਾਰਨ ਕੀਤਾ ਕਿ ਮੁੱਲਾ ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵਿੱਚ ਹੈ ਨਾਓ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਓ। ਇਹ ਉਪਦੇਸ਼ ਦਿੱਤਾ ਇਹਨੂੰ। ਅਤੇ ਲੋਕ ਭੋਲੇ ਮਹਾਰਾਜ ਜੀ ਨੇ ਤੇ ਗੁਰਬਾਣੀ ਚਾਰੀ ਹੈ, ਕਹਿੰਦੇ ਵੇਖਿਆ ਜੇ ਆ ਭੂਤ ਬੋਲਿਆ ਹੈ। ਕਿੰਨਾ ਔਖਾ ਹੋ ਕੇ ਬੋਲਿਆ, ਕਿਉਂਕਿ ਮੁੱਲਾ ਨੇ ਧੂੰਆਂ ਦਿਖਾਇਆ ਨਾ, ਅਤੇ ਭੂਤ ਬੋਲਿਆ ਹੈ। ਮਹਾਰਾਜ ਮੁਸਕਰਾਏ ਵੀ ਬੇਸਮਝ ਲੋਕ ਹੈ, ਕੀ ਸਮਝਾਈਏ ਇਹਨਾਂ ਨੂੰ। ਅਤੇ ਗੁਰੂ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ ਮਾਰੂ ਰਾਗ ਵਿੱਚ ਕਿ ਕਾਜੀ ਮੁੱਲਾ, ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕੋਈ ਤਾਂ ਸਾਨੂੰ ਕਹਿੰਦਾ ਵੀ ਇਹਨਾਂ ਵਿੱਚ ਭੂਤ ਵੜ ਗਿਆ ਹੈ, ਕੋਈ ਕਹਿੰਦਾ ਨਹੀਂ ਇਹਨਾਂ ਨੂੰ ਦੇਵ ਲੱਗ ਗਿਆ ਬਹੁਤ ਵੱਡਾ, ਅਤੇ ਕੋਈ ਆਖਦਾ ਨਹੀਂ ਇਹ ਗਰੀਬ ਆਦਮੀ ਹੈ, ਗੁਰੂ ਨਾਨਕ ਵਿਚਾਰਾ ਹੈ, ਦਿਨ ਕੱਟ ਰਿਹਾ ਹੈ ਮਸਾਣਾ ਵਿੱਚ ਰਹਿ ਕੇ। ਪਰ ਮਹਾਰਾਜ ਕਹਿੰਦੇ ਕਿ ਭਇਆ ਦੀਵਾਨਾ ਸਾਹ ਕਾ ਨਾਨਕ ਬਉਰਾਨਾ, ਹਉ ਹਰ ਬਿਨ ਅਵਰ ਨਾ ਜਾਨਾ। ਅਸੀਂ ਤੇ ਦੀਵਾਨੇ ਮਸਤਾਨੇ ਹੋਏ ਹਾਂ ਉਹ ਸੱਚੇ ਪਾਤਸ਼ਾਹ ਦੇ, ਉਹਦੇ ਪ੍ਰੇਮ ਦੇ ਵਿੱਚ ਝੱਲੇ ਹੋਏ ਹਾਂ। ਸੰਸਾਰ ਵੱਲੋਂ ਹੀ ਕਮਲੇ ਹੋਏ ਹਾਂ, ਉੱਧਰ ਹੀ ਬਿਰਤੀ ਲਾਈ ਹੋਈ ਹੈ। ਅਸੀਂ ਤਾਂ ਉਹ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦੇ। ਇਹ ਸਾਰਾ ਉਪਦੇਸ਼ ਆਪ ਜੀ ਨੇ ਸਰਵਣ ਕੀਤਾ ਹੀ ਹੈ। ਇਹ ਗੁਰੂ ਜੀ ਨੇ ਸਿੱਖਿਆ ਦਿੱਤੀ ਸੀ। ਜਦੋਂ ਇਹ ਸਿੱਖਿਆ ਦਿੱਤੀ ਹੈ, ਸਾਰਿਆਂ ਨੂੰ ਭਰੋਸਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਅਤੇ ਹਰੀ ਪਰਮੇਸ਼ਰ ਦੇ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਆ, ਅਸੀਂ ਗਲਤ ਹਾਂ। ਇਹਨਾਂ ਨੇ ਤਾਂ ਸੰਸਾਰ ਦੇ ਜਿਹੜੇ ਧੰਦੇ ਉਹਨਾਂ ਨੂੰ ਬੰਧਨ ਸਮਝ ਕੇ ਛੱਡ ਦਿੱਤਾ ਹੈ। ਇਹ ਤੇ ਵੀ ਧੰਨ ਹੈ ਜਿਨ੍ਹਾਂ ਨੇ ਨਿਰੰਕਾਰ ਪਰਮੇਸ਼ਰ 'ਚ ਆਪਣੀ ਬਿਰਤੀ ਟਿਕਾਈ ਹੋਈ ਲਾਈ ਹੋਈ ਹੈ। ਅੱਗੇ ਜਿਵੇਂ ਸਾਧ ਸੰਗਤ ਜੀ ਕਥਾ ਵਿਚਾਰ ਆ ਰਹੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੜੇਲ ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ। ਜਦੋਂ ਸਾਰਿਆਂ ਨੇ ਗੁਰੂ ਜੀ ਦਾ ਉਪਦੇਸ਼ ਸੁਣਿਆ ਹੈ, ਸਾਰੇ ਗੁਰੂ ਜੀ ਦੇ ਇਸ ਭਰੋਸੇ ਨੂੰ ਮੰਨ ਗਏ ਹੈ ਵੀ ਇਹ ਤਾਂ ਪਰਮੇਸ਼ਰ ਨਾਲ ਪ੍ਰੀਤੀ ਹੈ। ਗਲਤ ਤੇ ਅਸੀਂ ਲੋਕ ਹਾਂ, ਸਮਝ ਸਾਨੂੰ ਨਹੀਂ ਹੈ। ਅਤੇ ਜਿਹੜਾ ਮੁੱਲਾ ਹੈ
ਉਹਨੂੰ ਵੀ ਗਿਆਨ ਹੋਇਆ ਉਸ ਵਕਤ। ਮੁੱਲਾ ਨੇ ਤਦੋਂ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ ਚਰਨਾਂ ਉੱਪਰ। ਬਖਸ਼ਹੁ ਖਤਾ ਹਮਾਰ ਭੂਲ ਬਿਨ ਅਨਸਰੀ। ਕਹਿਣ ਲੱਗਾ ਮਹਾਰਾਜ ਆ ਜਿਹੜੀ ਸਾਡੇ ਕੋਲ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ, ਉਹ ਮਹਾਰਾਜ ਸਾਡੀ ਖਤਾ ਬਖਸ਼ੋ, ਕਿਉਂਕਿ ਇਹ ਜੋ ਵੀ ਭੁੱਲ ਹੋਈ ਹੈ ਬਿਨ ਅਨਸਰੀ, ਬਿਨਾਂ ਖਬਰ, ਬਿਨਾਂ ਆਪ ਜੀ ਨੂੰ ਜਾਣੇ ਹੋਏ, ਅਣਜਾਣ ਪੁਣੇ ਵਿੱਚ ਹੋਈ ਹੈ। ਆਪ ਜੀ ਦੀ ਮਹਿਮਾ ਅਸੀਂ ਸਮਝ ਨਹੀਂ ਸਕੇ, ਸਾਡੀ ਭੁੱਲ ਬਖਸ਼ੋ ਮਹਾਰਾਜ। ਭੇਵ ਨਾ ਮਾਨਵ ਜਾਨ ਦੁਖ ਤੁਮ ਨਹਿ ਰਖੈ। ਇਹ ਜਿਹੜੇ ਮਨੁੱਖ ਹੈ ਥੋੜ੍ਹੀ ਮੱਤ ਵਾਲੇ ਸਾਡੇ ਵਰਗੇ ਮਹਾਰਾਜ ਤੁਹਾਡਾ ਭੇਦ ਨਹੀਂ ਜਾਣਦੇ, ਅਤੇ ਸਗੋਂ ਉਲਟਾ ਤੁਹਾਡੇ ਵਿੱਚ ਹੀ ਜਿਹੜੇ ਦੋਸ਼ ਗੁਨਾਹ ਉਹ ਰੱਖਦੇ ਹੈ, ਤੁਹਾਨੂੰ ਕਹਿੰਦੇ ਆ ਵੀ ਇਹਦੇ ਕਮਲੇ ਹੋ ਗਏ ਹਨ। ਹੋ ਭ੍ਰਮ ਦਿਸ਼ ਹੋਇਓ ਆਪ ਦੋਸ਼ ਰਬ ਮਹਿ ਲਖੈ। ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਦਿਸ਼ਾ ਭਰਮ ਹੋ ਜਾਵੇ, ਆਪ ਨੂੰ ਉਸ ਨੂੰ ਦਿਸ਼ਾ ਭਰਮ ਹੋ ਜਾਵੇ ਅਤੇ ਉਹ ਦੋਸ਼ ਕੱਢੀ ਜਾਵੇ ਸੂਰਜ ਦੇ ਵਿੱਚ, ਉਹ ਸੂਰਜ ਵਿੱਚ ਜਾਣੇ ਵੀ ਦੋਸ਼ ਹੋ ਗਿਆ ਕਿ ਉਹ ਇਵੇਂ ਜਿਵੇਂ ਸਾਧ ਸੰਗਤ ਜੀ ਆ ਕਈ ਇਲਾਕਿਆਂ 'ਚ ਅਸੀਂ ਜਾਵਾਂਗੇ ਜਦੋਂ, ਜਿੱਧਰ ਸਾਨੂੰ ਪ੍ਰਤੀਤ ਹੁੰਦਾ ਵੀ ਸੂਰਜ ਡੁੱਬਦਾ ਉੱਧਰੋਂ ਚੜ੍ਹਦਾ ਨਜ਼ਰੀ ਆਵੇਗਾ। ਖਾਸ ਕਰਕੇ ਜਦੋਂ ਮਹਾਰਾਸ਼ਟਰ 'ਚ ਜਾਵਾਂਗੇ, ਸਾਡੇ ਤਾਂ ਇੱਧਰੋਂ ਚੜ੍ਹਦਾ ਹੈ ਸਾਹਮਣਿਓਂ ਅਤੇ ਡੁੱਬਦਾ ਹੈ ਨਾ ਪਿਛਲੇ ਪਾਸੇ ਜਾ ਕੇ। ਜਦੋਂ ਮਹਾਰਾਸ਼ਟਰ 'ਚ ਜਾਵਾਂਗੇ ਤਾਂ ਉਹ ਐਵੇਂ ਲੱਗੇਗਾ ਜਿੱਧਰੋਂ ਸੂਰਜ ਡੁੱਬਦਾ ਉੱਧਰੋਂ ਚੜ੍ਹ ਰਿਹਾ ਹੈ, ਅਤੇ ਹੋਰ ਹੈ ਤਾਂ ਠੀਕ ਪਰ ਉਹ ਦਿਸ਼ਾ ਹੀ ਬਦਲੀ ਹੈ। ਦਿਸ਼ਾ ਕਰਕੇ ਉੱਧਰ ਭਰਮ ਹੋ ਗਿਆ, ਪ੍ਰਤੀਤ ਹੋ ਰਿਹਾ ਵੀ ਉਲਟੇ ਪਾਸਿਓਂ ਜਿੱਧਰ ਡੁੱਬਦਾ ਉੱਧਰੋਂ ਚੜ੍ਹ ਰਿਹਾ ਹੈ। ਉਹ ਸੂਰਜ ਵਿੱਚ ਦੋਸ਼ ਨਹੀਂ ਹੈ, ਦਿਸ਼ਾ ਦਾ ਭਰਮ ਹੈ। ਹੁਣ ਜੇ ਕਿਸੇ ਮਨੁੱਖ ਨੂੰ ਕੋਈ ਰਸਤੇ ਪੈ ਜਾਵੇ, ਉਹੋ ਜਿਹੇ ਇਲਾਕੇ ਵਿੱਚ ਚਲਿਆ ਜਾਵੇ ਜਿੱਥੋਂ ਉਹਨੂੰ ਦਿਸ਼ਾ ਭਰਮ ਹੋ ਜਾਵੇ, ਅਤੇ ਹੈ ਤੇ ਦਿਸ਼ਾ ਭਰਮ ਹੋ ਗਿਆ, ਉਹਦਾ ਜਿਹੜਾ ਜਾਣ ਦਾ ਤਰੀਕਾ ਗਲਤ ਹੋ ਗਿਆ, ਅਤੇ ਉਹ ਦੋਸ਼ ਕੱਢੀ ਜਾਵੇ ਸੂਰਜ ਵਿੱਚ ਕਿ ਸੂਰਜ ਹੀ ਅੱਜ ਉਲਟਾ ਚੜ੍ਹ ਗਿਆ ਹੈ, ਤਾਂ ਉਹਦੀ ਭੁੱਲ ਹੈ ਨਾ, ਕਿਉਂਕਿ ਉਹਨੂੰ ਇਹ ਨਹੀਂ ਪਤਾ ਕਿ ਤੇਰਾ ਪਾਸਾ ਬਦਲ ਗਿਆ ਹੈ। ਕਿਸੇ ਵੇਲੇ ਮਨੁੱਖ ਬਹੁਤ ਦਿਨ ਇੱਕ ਪਾਸੇ ਜਾਈ ਜਾਂਦਾ ਅਤੇ ਉਹਨੂੰ ਸੂਰਜ ਦਾ ਜਿਹੜੀ ਹੈ ਪਾਸਾ ਬਦਲਣੇ ਕਰਕੇ ਸੋਚਦਾ ਵੀ ਮੈਂ ਤਾਂ ਸਹੀ ਹਾਂ, ਸੂਰਜ ਗਲਤ ਹੋ ਗਿਆ ਹੈ, ਅਤੇ ਉਹ ਪਰ ਅਸਲ ਵਿੱਚ ਸੂਰਜ ਠੀਕ ਹੀ ਹੁੰਦਾ ਹੈ। ਹੁਣ ਇਸੇ ਤਰ੍ਹਾਂ ਹੀ ਵੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਚੜ੍ਹਦੇ ਸੂਰਜ ਵਾਂਗ ਬਿਲਕੁਲ ਠੀਕ ਠਾਕ ਹੈ, ਜਿਨ੍ਹਾਂ ਨੂੰ ਦਿਸ਼ਾ ਭਰਮ ਰੂਪੀ ਆ ਭਰਮ ਹੋ ਗਿਆ ਮੂਰਖ ਅਣਜਾਨਾਂ ਨੂੰ, ਉਹ ਮਹਾਰਾਜ ਵਿੱਚ ਦੋਸ਼ ਕੱਢੇ ਜਾਂਦੇ ਵੀ ਗੁਰੂ ਜੀ ਦੇ ਕਮਲੇ ਹੋ ਗਏ ਹੈ, ਇਹਨਾਂ ਵਿੱਚ ਤੇ ਭੂਤ ਵੜ ਗਿਆ, ਝੂਠ ਪ੍ਰਵੇਸ਼ ਕਰ ਗਿਆ, ਜੋ ਮੁਖ 'ਤੇ ਆਉਂਦਾ ਉਹ ਕਹੀ ਜਾਂਦੇ ਹਨ। ਬੈਨ ਬਿਨਾ ਕੇ ਸੁਨੇ ਨੈਣ ਕਰੁਣਾ ਭਈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਮੁੱਲੇ ਦੇ ਬੇਨਤੀ ਦੇ ਸਹਿਤ ਹੋਏ ਬਚਨ ਸੁਣੇ ਆ, ਆ ਹਿਰਦੇ ਵਿੱਚ ਬੜੀ ਕਰੁਣਾ ਆ ਗਈ ਹੈ, ਦਇਆ ਜਿਹੜੀ ਨੇਤਰਾਂ ਵਿੱਚ ਆ ਗਈ ਹੈ, ਮਿਹਰ। ਦਇਆ ਦ੍ਰਿਸ਼ਟ ਕੋ ਦੇਖ ਦੁਰਮਤੀ ਦਲ ਦਈ। ਜਿਹੜੀ ਮਿਹਰ ਦੀ ਦਇਆ ਦੀ ਦ੍ਰਿਸ਼ਟੀ ਨਾਲ ਦੇਖ ਕੇ ਇਸ ਮੁੱਲਾਂ ਦੀ ਜਿਹੜੀ ਖੋਟੀ ਮੱਤ ਹੈ ਉਹ ਦਲ ਮਲ ਦਿੱਤੀ ਹੈ। ਚਿਤ ਪ੍ਰਾਪਤ ਵੀ ਸਾਤ ਤਰਕ ਤਮ ਫਟ ਗਇਓ। ਉਸੇ ਵੇਲੇ ਇਸ ਮੁੱਲਾਂ ਦਾ ਜਿਹੜਾ ਚਿੱਤ ਹੈ ਉਹਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਪ੍ਰਾਪਤ ਹੋ ਗਈ ਹੈ, ਜਿਹੜਾ ਤਰਕਾਂ ਦੇ ਹੁਜਤਾਂ ਦਾ ਹਨੇਰਾ ਸੀ ਉਹ ਦੂਰ ਹੋ ਗਿਆ ਹੈ। ਹਉ ਮਨ ਮਹਿ ਬਹੁ ਸੁਖ ਪਾਏ ਜਾਤ ਪੁਰ ਮਹਿ ਭਇਓ। ਮਨ ਦੇ ਵਿੱਚ ਬਹੁਤ ਸੁਖ ਪਾਇਆ ਹੈ ਤੇ ਸੁਲਤਾਨਪੁਰੀ ਨੂੰ ਇਹ ਚਲ ਗਿਆ ਹੈ ਵਾਪਸ। ਨਿਕਟ ਰਾਏ ਕੇ ਬੈਠ ਰਟੀ ਬਿਨ ਕਪਟ ਸੋ। ਜਿਹੜਾ ਰਾਜਾ ਹੈ ਨਵਾਬ ਦੌਲਤ ਖਾਂ, ਉਹਦੇ ਕੋਲ ਜਾ ਕੇ ਬੈਠ ਗਿਆ ਹੈ ਬਿਨਾਂ ਕਪਟ ਤੋਂ, ਬਿਨਾਂ ਛਲ ਫਰੇਬ ਤੋਂ, ਜਿਹੜੀ ਸੱਚੋ ਸੱਚ ਗੱਲ ਉਹ ਆਖੀ ਹੈ।
ਨਾਨਕ ਪੀਰਨਾ ਪੀਰ ਧੀਰ ਮਤ ਬਿਕਟ ਸੋ। ਕਿ ਨਵਾਬ ਗੁਰੂ ਨਾਨਕ ਸਾਹਿਬ ਜੋ ਹਨ ਉਹ ਤੇ ਪੀਰਾਂ ਦੇ ਪੀਰ ਹੈ, ਵੱਡੀ ਧੀਰ ਜੋ ਉਹਨਾਂ ਦੀ ਹੈ, ਉਹਨਾਂ ਦੀ ਅਕਲ ਮੱਤ ਬਹੁਤ ਉੱਚੀ ਸੁੱਚੀ ਹੈ, ਵੱਡੀ ਧੀਰਜਤਾ ਵਾਲੇ ਹੈ, ਕੱਟਣ ਤੋਂ ਰਹਿਤ ਹੈ ਉਹਨਾਂ ਦੀ, ਤੇ ਵਿਸ਼ਾਲ ਬੁੱਧੀ ਹੈ ਨਵਾਬ। ਭੇਵ ਨਾ ਜਾਣ ਹੈ ਮੂਡ ਦੋਖ ਸੋ ਲਖਤ ਹੈ। ਜਿਹੜੇ ਸਾਡੇ ਵਰਗੇ ਮੂਰਖ ਲੋਕ ਉਹਨਾਂ ਦਾ ਭੇਦ ਨਹੀਂ ਜਾਣਦੇ, ਤੇ ਹੈ ਦੇ ਦੋਸ਼ ਸਾਡੇ ਵਿੱਚ, ਉਲਟਾ ਉਹਨਾਂ ਵਿੱਚ ਹੀ ਦੋਸ਼ ਜਾਣਦੇ ਹੈ ਵੀ ਉਹ ਤੇ ਕਵਲੇ ਝੱਲੇ ਹੋ ਗਏ ਹਨ। ਹੋ ਨਹਿ ਚਖ ਦੋਖ ਪਛਾਨਾ ਇੰਦ ਮਹਿ ਰਖਤ ਹੈ। ਆ ਜਿਸ ਤਰ੍ਹਾਂ ਕਿ ਅੱਖ ਵਿੱਚ ਦੋਸ਼ ਹੋਵੇ ਤੇ ਅੱਖ ਦਾ ਦੋਸ਼ ਤੇ ਪਛਾਣੇ ਨਾ ਵੀ ਮੇਰੀ ਅੱਖਾਂ ਵਿੱਚ ਦੋਸ਼ ਹੈ, ਤੇ ਜਿਹੜਾ ਚੰਦਰਮਾ ਉਹਦੇ ਵਿੱਚ ਰੱਖੀ ਜਾਵੇ। ਜਿਵੇਂ ਬਿਮਾਰ ਕਈ ਹੋ ਜਾਂਦੇ ਆ, ਵੈਦਿਕ ਮਤ ਅਨੁਸਾਰ ਤੇ ਵਿਸ਼ਨੂੰ ਪੁਰਾਣ ਵਿੱਚ ਜਿਹੜਾ ਸ਼ਿਵ ਪੁਰਾਣ ਉਹਦੇ ਵਿੱਚ ਵੀ ਲਿਖਿਆ ਹੋਇਆ ਕਿ ਜਦੋਂ ਮਨੁੱਖ ਬਿਮਾਰ ਹੋ ਜੇ ਤੇ ਉਹਦੇ ਦਿਨ ਨੇੜੇ ਆ ਜਾਣ ਮੌਤ ਦੇ, ਉਹਨੂੰ ਜਿਹੜੇ ਚੰਦਰਮਾ ਹੈ ਉਹ ਦੋ ਨਜ਼ਰ ਹੀ ਆਉਂਦੇ। ਵੈਦ ਲੋਕ ਪੁੱਛਦੇ ਆ ਵੀ ਹਾਂ ਦੱਸੋ ਵੀ ਚੰਦਰਮਾ ਕਿੰਨੇ ਹੈ, ਉਹਦੀ ਅੱਖ ਵਿੱਚ ਦੋਸ਼ ਹੋ ਜਾਂਦਾ, ਉਹਨੂੰ ਚੰਦਰਮਾ ਫਿਰ ਦੋ ਨਜ਼ਰ ਹੀ ਆਉਂਦੇ, ਕਈਆਂ ਨੂੰ ਤਾਂ 4-5 ਵੀ ਦਿਖਣ ਲੱਗ ਪੈਂਦੇ ਆ। ਜਦੋਂ ਕਵੇ ਵੀ ਚੰਦਰਮਾ ਦੇ 4 ਦਿਸ ਰਹੇ, ਮੈਨੂੰ 5 ਦਿਸ ਰਹੇ ਹੈ, ਫਿਰ ਉਹ ਵੈਦ ਕਹਿੰਦਾ ਵੀ ਹੁਣ ਤੁਸੀਂ ਜਿਹੜਾ ਦਾ ਸਾਰਾ ਇੰਤਜ਼ਾਮ ਕਰ ਲਓ, ਇਹਦੇ ਦਿਨ ਥੋੜ੍ਹੇ ਹੀ, ਸਭ ਕੁਝ ਆਪਣਾ ਸਮਾਨ ਲਿਆ ਕੇ ਰੱਖ ਲਓ। ਤੇ ਹੈ ਉਹਦੀ ਨਿਗਾਹ ਵਿੱਚ ਦੋਸ਼, ਭਾਵ ਉਹਨੇ ਦੀ ਚੜ੍ਹਾਈ ਕਰਨਾ। ਸ਼ਿਵ ਪੁਰਾਣ ਵਿੱਚ ਇਵੇਂ ਲਿਖਿਆ ਹੈ ਵੀ ਉਹ ਸਾਰੇ ਲੱਛਣ ਹੈ ਮੌਤ ਜਿਹਦੀ ਆਉਣ ਵਾਲੀ, ਉਹਦੇ ਵਿੱਚ ਕੁਝ ਲੱਛਣ ਹਨ, ਉਹ ਸਭ ਲਿਖਿਆ ਉਹਦੇ ਵਿੱਚ। ਹੁਣ ਸਾਧ ਸੰਗਤ ਜੀ, ਚੰਦਰਮਾ ਦੇ 12 ਮਹੀਨੇ ਇੱਕ ਹੀ ਹੈ। ਉਹ ਨਿਗਾਹ ਵਿੱਚ ਦੋਸ਼ ਹੋਵੇ, ਨੇਤਰਾਂ ਵਿੱਚ ਦੋਸ਼ ਹੋਵੇ, ਉਹ ਤੇ ਪਛਾਣੇ ਨਾ, ਤੇ ਚੰਦਰਮਾ ਵਿੱਚ ਦੋਸ਼ ਰੱਖੀ ਜਾਵੇ ਵੀ ਚੰਦਰਮਾ ਦੇ 2-3 ਚੜ ਗਏ ਹਨ। ਹੋਸ਼ ਬੰਦ ਸੁਖ ਕੰਦ ਬੰਦਨਾ ਯੋਗ ਹੈ। ਇਸੇ ਤਰ੍ਹਾਂ ਵੀ ਸਾਡੀ ਲੋਕਾਂ ਦੀ ਹਾਲਤ ਹੈ ਨਵਾਬ। ਗੁਰੂ ਨਾਨਕ ਸਾਹਿਬ ਦੇ ਐ ਪੂਰੀ ਹੋਸ਼ ਵਿੱਚ ਹੈ, ਹੋਸ਼ ਵਾਲੇ ਹੈ, ਚੰਗੀ ਹੋਸ਼ ਵਿੱਚ ਹਨ, ਸੁੱਖਾਂ ਦੇ ਬੱਦਲ ਹਨ, ਉਹ ਤੇ ਮੱਥਾ ਟੇਕਣ ਯੋਗ ਹੈ। ਜਾਨ ਸਭ ਸੁਜਾਨ ਅਜਾਨੰ ਲੋਗ ਹੈ। ਉਹ ਤੇ ਸੁਗੜ ਸੁਜਾਨ ਅੰਤਰਜਾਮੀ ਸਭ ਜਾਣਦੇ ਹੈ, ਅਜਾਣ ਤੇ ਲੋਕ ਬੇਸਮਝ ਉਲਟਾ ਉਹਨਾਂ ਨੂੰ ਸਮਝ ਰਹੇ ਹਨ। ਸਿਫਤ ਭੂਰ ਮੁਖ ਕਹੀ ਹਦੂਰੰ ਖਾਨ ਕੇ। ਇਸ ਮੁੱਲਾ ਨੇ ਜਿਹੜੀ ਹੈ ਸਿਫਤ ਮਹਾਰਾਜ ਦੀ ਬੇਨਤੀ ਕਹੀ ਹੈ ਨਵਾਬ ਦੌਲਤ ਖਾਂ ਦੇ ਕੋਲ ਖੜ ਕੇ, ਉਹਦੇ ਕੋਲ ਬੈਠ ਕੇ। ਹੋ ਮਨਹੁ ਹੋਏ ਸਿੱਖ ਰਹਿਓ ਪੀਰ ਨਿਜ ਜਾਣ ਕੇ। ਮਹਾਰਾਜ ਜੀ ਨੂੰ ਆਪਣਾ ਪੀਰ ਜਾਣ ਕੇ ਵੀ ਮੇਰੇ ਪੀਰ ਹਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦਾ ਇਹ ਮਾਨੋ ਬੜਾ ਤਗੜਾ ਹੀ ਸਿੱਖ ਹੋ ਰਿਹਾ ਹੈ। ਦੌਲਤ ਖਾਂ ਸੁਨ ਬਚਨ ਵਿਚਾਰਤ ਚਿਤ ਮੈਂ। ਨਵਾਬ ਦੌਲਤ ਖਾਂ ਸੁਣ ਕੇ ਚਿੱਤ ਵਿੱਚ ਬੜਾ ਸੋਚਦਾ ਵਿਚਾਰਦਾ ਹੈ ਬਚਨ। ਕਰੋ ਕੌਣ ਅਬ ਕਾਜ ਨਾ ਰਾਖੋ ਬਿਤ ਮੈਂ। ਕਹਿੰਦਾ ਵੀ ਹੁਣ ਮੈਂ ਤੇ ਦੁਬਿਧਾ 'ਚ ਪੈ ਗਿਆ ਕਿ ਉਹਨਾਂ ਦੇ ਜਿਹੜੇ ਪੈਸੇ ਹੈ ਉਹ ਮੈਂ ਰੱਖਣੇ ਕੋਈ ਨਹੀਂ ਹੈ, ਵੀ ਹੁਣ ਮੈਂ ਕੀ ਕੰਮ ਕਰਾਂ ਜਿਹਦੇ ਨਾਲ ਉਹ ਪੈਸੇ ਕਿਸੇ ਪਾਸੇ ਲੱਗਣ। ਤਿਹ ਮੁਖ ਭਾਖਿਓ ਖਰਚ ਖਰਾਇਤ ਦੀਜੀਏ। ਕਿਉਂਕਿ ਜੋ ਮੇਰੇ ਮੋਦੀ ਸਨ ਗੁਰੂ ਨਾਨਕ ਸਾਹਿਬ, ਉਹਨਾਂ ਦੇ ਮੁਖੋਂ ਇਵੇਂ ਕਿਹਾ ਸੀ ਵੀ ਨਵਾਬ ਜਿਹੜੇ ਖੁਦਾ ਦੇ ਰੱਬ ਦੇ ਪਿਆਰੇ ਫਕੀਰ ਹੈ, ਫਕਰ ਦਰਵੇਸ਼, ਇਹ ਜਿਹੜਾ 760 ਰੁਪਏ ਸਾਡੇ ਵਧੇ ਹੈ ਤੇ ਇਹਨਾਂ ਦਾ ਖਰਚ ਜਿਹੜਾ ਪੁਨਾ ਅਰਥ ਦੇਣਾ ਹੈ, ਭਾਵ ਪੁੰਨ ਦੇ ਅਰਥ ਦੇਣੇ ਹੈ, ਹੋਰ ਕਿਸੇ ਨੂੰ ਦੇਣੇ ਨਹੀਂ ਦੇਣੇ। ਪੁੰਨ ਕਰਨਾ ਉਹਨਾਂ ਸੰਤਾਂ ਫਕੀਰਾਂ ਨੂੰ ਜਿਹੜਾ ਭੋਜਨ ਖਵਾ ਦੇਣਾ ਹੈ। ਇਹ 760 ਲੇਖੇ ਲਾ ਦੇਣੇ ਰੱਬ ਦੇ ਨਾਂ 'ਤੇ, ਇਹ ਪੁਨਾ ਅਰਥ ਕਰਨੇ ਹੈ। ਜਿਵੇਂ ਗੁਰੂ ਘਰਾਂ ਵਿੱਚ ਸਮਾਗਮ ਮਨਾਏ ਜਾਂਦੇ ਹੈ ਤਾਂ ਲੰਗਰ ਪਾਣੀ ਜਿਹੜਾ ਕੀਤਾ ਜਾਂਦਾ ਉਹ ਪੁਨਾ ਅਰਥ ਹੁੰਦਾ ਹੈ, ਅਤੇ ਉਹਨੂੰ ਹੀ ਮੁਸਲਮਾਨੀ ਮੱਤ ਵਿੱਚ ਖਰਾਇਤ ਕਹਿੰਦੇ ਹੈ। ਅਤੇ ਜਿਹੜਾ ਆਪਾਂ ਘਰਾਂ ਵਿੱਚ ਕਰਦੇ ਉਹ ਖਰਾਇਤ ਨਹੀਂ ਹੁੰਦਾ, ਉਹ ਪੁਨਾਰਥ ਨਹੀਂ ਹੁੰਦਾ। ਸਾਡੀ ਤਾਂ ਪਹਿਲਾਂ ਕਾਮਨਾ ਹੁੰਦੀ ਹੈ ਤਾਂ ਪਾਠ ਕਰਾਉਂਦੇ ਹਾਂ,
ਤੇ ਜਾਂ ਸਾਡੀ ਪੂਰੀ ਹੋ ਗਈ ਹੁੰਦੀ ਤਾਂ ਪਾਠ ਕਰਾਉਂਦੇ ਆ। ਪਰ ਗੁਰੂ ਘਰ ਵਿੱਚ ਜਿਹੜਾ ਕੋਈ ਲੰਗਰ ਕੀਤਾ ਜਾਂਦਾ ਉਹ ਕਾਮਨਾ ਕਰਕੇ ਨਹੀਂ ਕੀਤਾ ਜਾਂਦਾ ਕਿ ਮਹਾਰਾਜ ਤੁਹਾਡਾ ਸਮਾਗਮ ਮਨਾਇਆ ਤੇ ਹੁਣ ਮੇਰੀ ਆਹ ਇੱਛਾ ਪੂਰੀ ਕਰ ਦਿਓ। ਉਹਦੇ ਗੁਰੂ ਘਰ ਦਾ ਦੇਣ ਹੈ। ਇਹ ਨਵਾਬ ਸੋਚਦਾ ਵੀ ਮੋਦੀ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਕਿਹਾ ਸੀ ਕਿ ਜਿਹੜਾ ਇਹ 760 ਰੁਪਈਆਂ ਦਾ ਖਰਚ ਹੈ ਇਹ ਤੇ ਰੱਬ ਦੇ ਪਿਆਰੇ ਜਿਹੜੇ ਹਨ ਫਕੀਰ ਉਹਨਾਂ ਦੇ ਪੁਨਾਰਥ ਦੇਣਾ, ਉਹਨਾਂ ਨੂੰ ਖਵਾਉਣਾ ਪਿਆਉਣਾ ਛਕਾਉਣਾ ਹੈ। ਹਉ ਮੋਲੇ ਕਰੀ ਪੁਕਾਰ ਕਵਨ ਬਿਦ ਕੀਜੀਏ। ਇੱਧਰ ਇਹਨਾਂ ਦਾ ਜੋ ਸਹੁਰਾ ਹੈ ਮੂਲ ਚੰਦ ਦੋਨੇ ਵੀ ਫਰਿਆਦ ਪੁਕਾਰ ਕੀਤੀ ਵੀ ਉਹਨਾਂ ਦੇ ਜਿਹੜੀ ਘਰ ਵਾਲੀ ਹੈ ਤੇ ਉਹਨਾਂ ਦੇ ਪੁੱਤਰ ਨੂੰ ਮਿਲਣੇ ਚਾਹੀਦੀ ਹੈ, ਵੀ ਮੈਂ ਕਿਹੜੀ ਵਿਧੀ ਕਰਾਂ, ਕਿਹੜਾ ਢੰਗ ਤਰੀਕਾ ਕਰਾਂ। ਇਕ ਮਾਨਵ ਕਹਿ ਬੈਨ ਨਿਭਾਵ ਸੁਨੀਜੀਏ। ਇੱਧਰ ਕੋਲ ਹੀ ਇੱਕ ਮਨੁੱਖ ਬੈਠਾ ਸੀ ਬੜਾ ਸਿਆਣਾ ਤੇ ਉਹਨੇ ਬਚਨ ਕਿਹਾ ਵੀ ਨਵਾਬ ਜੀ ਆ ਸੁਣੀਏ ਸਾਡਾ ਬਚਨ। ਬੁਲਵਾਵਹੁ ਜੈ ਰਾਮ ਬੂਝ ਤਿਹ ਲੀਜੀਏ। ਵੀ ਜੋ ਜੈ ਰਾਮ ਹੈ ਨਾ ਤੇ ਉਹ ਬਹੁਤ ਸਿਆਣਾ ਹੈ, ਉਹਨੂੰ ਸਦਵਾ ਲਓ ਬੁਲਵਾ ਲਓ ਤੇ ਉਹਦੀ ਸਿਆਣਪ ਬੜੀ ਹੈ, ਉਹਦੇ ਕੋਲ ਹੀ ਪੁੱਛ ਲਈਏ ਵੀ ਕੀ ਕਰਨਾ ਚਾਹੀਦਾ ਹੈ। ਜਿਹ ਬਿਦ ਨਹੀਂ ਲਾਉਂਦੀ। ਜਿਹ ਬਿਦ ਬਦ ਹੈ ਬਦਨ ਆਪ ਤਿਹ ਬਿਦ ਕਰੋ। ਵੀ ਜਿਸ ਤਰ੍ਹਾਂ ਉਹ ਜੈ ਰਾਮ ਮੁਖੋਂ ਕਹਿ ਦੇਵੇਗਾ ਆਪ ਨਵਾਬ ਜੀ ਉਸੇ ਤਰ੍ਹਾਂ ਹੀ ਢੰਗ ਤਰੀਕਾ ਕਰ ਲਿਓ। ਜੋ ਕਹੇ ਵੀ ਜਿਵੇਂ ਗੁਰੂ ਕਹਿੰਦੇ ਆ ਜਾਂ ਫਕੀਰਾਂ ਨੂੰ ਦੇਣਾ ਹੈ ਤਾਂ ਵੀ ਠੀਕ ਹੈ। ਜੇ ਉਹ ਕਹੇ ਵੀ ਇਹਨਾਂ ਨੂੰ ਦੇ ਦਿਓ ਸਹੁਰਾ ਮੂਲ ਚੰਦ ਜੀ ਨੂੰ ਤੇ ਤਾਂ ਵੀ ਠੀਕ ਹੈ। ਉਸੇ ਤਰ੍ਹਾਂ ਘਰ ਕਰਾ ਲਈਏ। ਹਉ ਪ੍ਰਬਲ ਲੋਭ ਤੁਮ ਨਾਹੇ ਪਰ ਬਿਤੰ ਪਰ ਹਰੋ। ਕਿਉਂਕਿ ਨਵਾਬ ਜੀ ਜਿਹੜਾ ਤੁਹਾਨੂੰ ਕੋਈ ਲੋਭ ਨਹੀਂ ਹੈ, ਤੁਹਾਡੇ ਉੱਪਰ ਲੋਭ ਕੋਈ ਪ੍ਰਬਲ ਨਹੀਂ ਹੈ ਵੀ ਜਿਹੜਾ ਜ਼ੋਰ ਪਾ ਦੇਵੇ ਤੇ ਤੁਸੀਂ ਪੈਸੇ ਰੱਖ ਲਓ। ਤੁਸੀਂ ਤੇ ਸਗੋਂ ਪਰਾਇਆ ਧਨ ਜਾਣ ਕੇ ਛੱਡਣਾ ਹੀ ਚਾਹੁੰਦੇ ਹੋ। ਸੋਨ ਮਨ ਮਾਨੇ ਬੈਨ ਭੌਨ ਮਾਨਵ ਪਠਾ। ਇਹਨੇ ਬਚਨ ਸੁਣ ਕੇ ਨਵਾਬ ਨੇ ਮਨ ਵਿੱਚ ਮੰਨੇ ਨੂੰ ਚੰਗੇ ਲੱਗੇ ਹੈ ਤੇ ਇੱਕ ਜਿਹੜਾ ਮਨੁੱਖ ਹੈ ਉਹ ਜਿੱਥੇ ਭਾਈਆ ਜੈ ਰਾਮ ਦਾ ਘਰ ਉੱਥੇ ਭੇਜ ਦਿੱਤਾ ਹੈ। ਲੀਨੋ ਨਿਕਟ ਹਕਾਰ ਬੈਠ ਗਇਓ ਮਨ ਟਠਾ। ਉਹਨੂੰ ਕਿਹਾ ਹੈ ਵੀ ਜਿਹੜਾ ਹੈ ਮਨੁੱਖ ਨੂੰ ਭੇਜਿਆ ਵੀ ਜਾ ਕੇ ਤੂੰ ਬੁਲਾ ਕੇ ਲਿਆ ਜੈ ਰਾਮ ਨੂੰ ਤੇ ਸੱਦ ਲਿਆ ਹੈ। ਭਾਈਆ ਜੈ ਰਾਮ ਜੀ ਆ ਕੇ ਕੋਲ ਬੈਠ ਗਏ। ਨਵਾਬ ਦੇ ਮਨ ਜਿਹੜਾ ਢੱਠਾ ਜਿਹਾ ਹੈ, ਗਰਦਨ ਜਿਹੜੀ ਨੀਵੀਂ ਜੀ ਕੀਤੀ ਹੋਈ ਹੈ, ਟੁੱਟਾ ਹੋਇਆ ਮਨ ਹੈ। ਆਨਨ ਪਨਹੀ ਖਾਨ ਜੋ ਨਾਨਕ ਧਨ ਆਹਾ। ਮੁੱਖੋਂ ਨਵਾਬ ਨੇ ਕਿਹਾ ਹੈ ਕਿ ਜੈ ਰਾਮ ਜੋ ਗੁਰੂ ਨਾਨਕ ਸਾਹਿਬ ਮੋਦੀ ਦਾ ਪੈਸੇ ਬਚੇ ਹੈ 760 ਰੁਪਈਏ। ਹੋ ਤਿਹ ਕੀ ਬਿਦ ਕਿਆ ਕਰ ਹੈ ਕਹੋ ਜਿਹ ਬਿਦ ਲਹਾ। ਦੱਸੋ ਵੀ ਉਹਦਾ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਦਾ ਢੰਗ ਤਰੀਕਾ ਕਰੀਏ। ਜਿਸ ਤਰ੍ਹਾਂ ਤੂੰ ਚੰਗੀ ਤਰ੍ਹਾਂ ਸਮਝਦਾ ਜਾਣਦਾ ਹੈ ਉਹ ਵੀ ਦੱਸ ਜੈ ਰਾਮ। ਰਹਿਤ ਡਰਤ ਯਤ ਚਿਤ ਨਿਤ ਸਤ ਗੁਰੂ ਤੇ। ਇੱਧਰ ਜੋ ਜੈ ਰਾਮ ਹੈ ਉਹ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਜੀ ਤੋਂ ਹਮੇਸ਼ਾ ਚਿੱਤ ਵਿੱਚ ਡਰਦਾ ਹੀ ਰਹਿੰਦਾ ਹੈ। ਇਤ ਮੂਲੇ ਤੇ ਡਰਤ ਕਠਨ ਦਿਸ਼ ਦਹੂ ਤੇ। ਇੱਧਰ ਜੋ ਗੁਰੂ ਜੀ ਦਾ ਸਹੁਰਾ ਮੂਲ ਚੰਦ ਉਹ ਵੀ ਬੜਾ ਕੜਵਾ ਹੈ, ਕੋਲ ਹੀ ਖੜਾ ਹੈ। ਉਧਰੋਂ ਉਸੇ ਤੋਂ ਹੀ ਡਰਦਾ ਵੀ ਜੇ ਮੈਂ ਕਹਿ ਦਿੱਤਾ ਵੀ ਫਕੀਰਾਂ ਨੂੰ ਦੇ ਦਿਓ ਤਾਂ ਮੈਨੂੰ ਜਿਹੜਾ ਹੈ ਮੂਲ ਚੰਦ ਨੇ ਨਹੀਂ ਛੱਡਣਾ, ਇਹਨੇ ਕਹਿਣਾ ਵੀ ਇਹ ਕੀ ਕਹਿ ਦਿੱਤਾ ਹੈ। ਉਧਰ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਨਹੀਂ ਮੰਨਦੇ ਤੇ ਫਿਰ ਉਹ ਕਹਿਣਗੇ ਵੀ ਜੈ ਰਾਮ ਪੈਸੇ ਸਾਡੇ ਸੀ ਕਿ ਤੁਹਾਡੇ ਸੀ। ਜਦੋਂ ਅਸੀਂ ਕਿਹਾ ਵੀ ਫਕੀਰਾਂ ਨੂੰ ਦੇਣੇ ਆ ਫਿਰ ਤੁਸਾਂ ਨੇ ਕਿਵੇਂ ਦੇ ਦਿੱਤੇ ਘਰ ਵਿੱਚ। ਉਹ ਜਿਹੜੀ ਭਾਈਆ ਜੈ ਰਾਮ ਜੀ ਨੂੰ ਬੜੀ ਕਠਿਨਤਾਈ ਬਣੀ ਦੋਵਾਂ ਤਰਫਾਂ ਤੋਂ ਵੀ ਆ ਦੋਵਾਂ ਨੂੰ ਕੁਝ ਨਹੀਂ ਕਹਿ ਸਕਦੇ, ਨਾ ਮਹਾਰਾਜ ਜੀ ਦਾ ਬਚਨ ਮੋੜ ਸਕਦੇ ਆ। ਇੱਧਰ ਮੂਲ ਚੰਦ ਖੜਾ ਹੈ, ਉਹ ਤੋਂ ਵੀ ਡਰਦੇ ਹੈ ਭਾਈਆ ਜੈ ਰਾਮ। ਔਰ ਮਹਿ ਕਰਤ ਵਿਚਾਰ ਨਾ ਮੁਖ ਤੇ ਕਹਿਤ ਹੈ। ਹਿਰਦੇ ਵਿੱਚ ਤੇ ਬੜੀਆਂ ਸੋਚਾਂ ਵਿਚਾਰਾਂ ਕਰਦੇ ਐ ਪਰ ਮੁਖ ਤੋਂ ਕੁਝ ਨਹੀਂ ਕਹਿੰਦੇ। ਹੋ ਬੈਠਿਓ ਤੂਸ਼ਨ ਠਾਨ ਨਾ ਕਛ ਬਿਦ ਲਹਤ ਹੈ। ਚੁੱਪ ਕਰਕੇ ਬੈਠੇ ਹੋਏ ਐ, ਜਿਹੜੀ ਐ ਗਰਦਨ ਨੀਵੀਂ ਕਰਕੇ ਕੁਝ ਸਮਝ ਨਹੀਂ ਪੈਂਦੀ।
ਖਾਨ ਬਖਾਨਤ ਬੈਨ ਜਰਾਮ ਕਹਿ ਨਾ ਕਿਉ। ਨਵਾਬ ਦੌਲਤ ਖਾਂ ਕਹਿਣ ਲੱਗਾ, ਉਹ ਜੈ ਰਾਮ ਤੂੰ ਬਚਨ ਕਿਉਂ ਨਹੀਂ ਕੋਈ ਕਹਿੰਦਾ ਹੈ। ਜਿਹ ਬਿਦ ਬਦਹੈ ਬਦਨ ਸੋ ਬਿਦ ਤਨ ਤਿਨਹਿ ਤਿਉ। ਉਹ ਜੈ ਰਾਮ ਜਿਸ ਤਰ੍ਹਾਂ ਤੂੰ ਮੁਖੋਂ ਕਹੇਗਾ ਬਚਨ ਉਸੇ ਤਰ੍ਹਾਂ ਹੀ ਆ ਜਿਹੜਾ ਹੈ ਉਸੇ ਢੰਗ ਤਰੀਕੇ ਨਾਲ ਹੀ ਇਹ ਧਨ ਇਹਨਾਂ ਨੂੰ ਦਿੱਤਾ ਜਾਊਗਾ। ਜੇ ਤੂੰ ਕਹੇਗਾ ਵੀ ਗੁਰੂ ਜੀ ਦੇ ਬਚਨ ਅਨੁਸਾਰ ਫਕੀਰਾਂ ਨੂੰ ਦੇ ਦਿਓ ਤੇ ਉਹਨਾਂ ਨੂੰ ਦਿੱਤਾ ਜਾਵੇਗਾ। ਜੇ ਤੂੰ ਕਹਿ ਦੇਵੇਂ ਵੀ ਗੁਰੂ ਜੀ ਦੇ ਸਹੁਰਾ ਮੂਲ ਚੰਦ ਨੂੰ ਦੇ ਦਿਓ ਵੀ ਉਹਨਾਂ ਨੂੰ ਦੇ ਦਿਆਂਗੇ, ਕੋਈ ਬਚਨ ਤੇ ਕਹਿ ਦੱਸ। ਧਨ ਨਿਜ ਸਦਨ ਨਾ ਪਰੋਂ ਨਾ ਧਰੋਂ ਧਰਮ ਨਿਦਨੋ ਨਹੀਂ। ਕਿਉਂਕਿ ਜਿਹੜਾ ਮੈਂ ਆਪਣਾ ਧਰਮ ਦੇ ਕੋਈ ਨਾਸ ਨਹੀਂ ਕਰਨਾ ਹੈ ਤੇ ਇਹ ਜਿਹੜਾ ਧਨ ਮੈਂ ਆਪਣੇ ਘਰ ਵਿੱਚ ਵੀ ਨਹੀਂ ਰੱਖਣਾ ਹੈ। ਹੋ ਪੂਜਨ ਤੁਝ ਕੋ ਕੀਨਾ ਸਮਝ ਭਨੀਏ ਸਹੀ। ਜੈ ਰਾਮ ਤੈਨੂੰ ਮੈਂ ਪੁੱਛਣਾ ਕੀਤਾ ਹੈ, ਆਪਣੇ ਹਿਰਦੇ ਵਿੱਚ ਸਮਝ ਵਿਚਾਰ ਤੇ ਜੋ ਸਹੀ ਹੈ ਨਿਰਣਾ ਕੀ ਹੈ ਨਿਸ਼ਚੈ ਕਰਕੇ ਉਹ ਮੈਨੂੰ ਵੀ ਕਹਿ ਦੇ। ਸੁਨਹੁ ਖਾਨ ਜੀ ਕਾਨ ਜੋ ਨਿਜ ਮਨ ਠਾਨਿਆ। ਭਾਈਆ ਜੈ ਰਾਮ ਨੇ ਕਿਹਾ ਵੀ ਨਵਾਬ ਦੌਲਤ ਖਾਂ ਜੀ ਆ ਧਿਆਨ ਦੇ ਕੇ ਕੰਨ ਵਿੱਚ ਸੁਣੋ, ਜੋ ਤੁਸਾਂ ਨੇ ਆਪਣੇ ਮਨ ਵਿੱਚ ਧਾਰਿਆ ਪੱਕਾ ਕੀਤਾ ਹੈ। ਦਸ ਬਿਦ ਕਰੀਏ ਦਰਬ ਆਪ ਬੁੱਧਵਾਨਿਆ। ਆਪ ਚੰਗੀ ਤਰ੍ਹਾਂ ਬਜ਼ੁਰਗ ਵੀ ਹੋ ਸਿਆਣੇ ਵੀ ਹੋ, ਉਸੇ ਤਰ੍ਹਾਂ ਕਰ ਲਈਏ ਪੈਸੇ ਦਾ, ਜਿਵੇਂ ਤੁਹਾਡਾ ਮਨ ਕਹਿੰਦਾ ਹੈ ਉਸੇ ਤਰ੍ਹਾਂ ਕਰ ਲਓ। ਇਸ ਤਰ੍ਹਾਂ ਕਹਿ ਕਰਕੇ ਜੈ ਰਾਮ ਨੇ ਜਿਹੜਾ ਢੰਗ ਤਰੀਕੇ ਨਾਲ ਆਪਣਾ ਜਿਹੜਾ ਜਵਾਬ ਜਿਹਾ ਦਿੱਤਾ ਹੈ ਵੀ ਨਵਾਬ ਨੂੰ ਕੁਝ ਕਹਿ ਨਹੀਂ ਸਕਦੇ ਤੇ ਉਧਰ ਮੂਲ ਚੰਦ ਹੈ ਉਹਨੂੰ ਵੀ ਕੁਝ ਨਹੀਂ ਕਹਿ ਸਕਦੇ ਵੀ ਉਹਨੇ ਤੇ ਗੁੱਸਾ ਹੀ ਕਰ ਲੈਣਾ ਹੈ। ਢੰਗ ਤਰੀਕੇ ਨਾਲ ਦੋਵੇਂ ਪਾਸੇ ਗੱਲ ਜੀ ਰੱਖ ਕੇ ਤੇ ਉਹ ਕਹਿ ਦਿੱਤਾ ਵੀ ਆਪ ਨੂੰ ਜਿਵੇਂ ਚੰਗਾ ਲੱਗਦਾ ਆਪ ਸਿਆਣੇ ਉਸੇ ਤਰ੍ਹਾਂ ਕਰ ਲਈਏ। ਕਿਦੋਂ ਹਿਰਦੇ ਸੰਦੇਹ ਦੇਨ ਕੋ ਧਾਰਿਆ। ਆ ਜਾਂ ਤੇ ਫਿਰ ਵੀ ਧਨ ਦੇਣ ਨੂੰ ਜਿਹੜਾ ਤੁਸੀਂ ਕੋਈ ਹਿਰਦੇ ਵਿੱਚ ਸੰਸਾ ਸ਼ੰਕਾ ਧਾਰਿਆ ਰੱਖਿਆ ਹੈ। ਹੋ ਨਾਨਕ ਨਿਕਟ ਤੁਮਾਰ ਬੂਝ ਕਰ ਕਾਰਿਆ। ਵੀ ਨਵਾਬ ਜੀ ਜੋ ਗੁਰੂ ਨਾਨਕ ਸਾਹਿਬ ਇੱਥੇ ਸਿਵਿਆਂ ਵਿੱਚ ਮੁਰਦਾ ਘਾਟ ਵਿੱਚ ਉਹ ਵੀ ਤੁਹਾਡੇ ਨੇੜੇ ਕੋਲ ਹੀ ਹਨ ਤੇ ਉਹਨਾਂ ਨੂੰ ਜਿਹੜਾ ਤੁਸੀਂ ਪੁੱਛ ਲਓ, ਜਿਵੇਂ ਉਹ ਕਹਿਣਗੇ ਉਸੇ ਤਰ੍ਹਾਂ ਕੰਮਕਾਰ ਕਰ ਲਿਓ। ਜਿਵੇਂ ਮਹਾਰਾਜ ਕਹਿਣਗੇ ਜੇ ਫਕੀਰਾਂ ਦੇ ਪੱਖ 'ਚ ਤੇ ਫਕੀਰਾਂ ਨੂੰ ਦੇ ਦਿਓ, ਜੇ ਉਹ ਘਰਦਿਆਂ ਦੇ ਪੱਖ 'ਚ ਕਹਿਣਗੇ ਤੇ ਘਰਦਿਆਂ ਦੇ ਦਿਓ, ਉਸੇ ਤਰ੍ਹਾਂ ਹੀ ਕੰਮਕਾਰ ਕਰ ਲਿਓ। ਸੁਨੀ ਖਾਨ ਨ ਕਾਨ ਪਸੰਨ ਹੈ ਪਠ ਦਿਆ। ਪਮਨ ਹੈ ਪੱਠ ਦਿਆ। ਇਹ ਨਵਾਬ ਨੇ ਜਦੋਂ ਸੁਣਿਆ ਹੈ ਕੰਨ ਵਿੱਚ ਤੇ ਇੱਕ ਜਿਹੜਾ ਮਨੁੱਖ ਹੈ ਉਹ ਗੁਰੂ ਨਾਨਕ ਸਾਹਿਬ ਜੀ ਵੱਲ ਭੇਜ ਦਿੱਤਾ ਹੈ। ਨਾਨਕ ਆਨ ਹਕਾਰ ਗਇਓ ਟਿਗ ਨਿਦਮਇਆ। ਗੁਰੂ ਨਾਨਕ ਸਾਹਿਬ ਜੀ ਨੂੰ ਸੱਦਣ ਵਾਸਤੇ ਕਿਹਾ ਹੈ ਉਹ ਮਨੁੱਖ ਨੂੰ ਕਿ ਜਾ ਕੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਤੂੰ ਬੁਲਾ ਕੇ ਲੈ ਕੇ ਆ। ਉਹ ਗਿਆ ਹੈ ਕੋਲ। ਜੋ ਗੁਰੂ ਮਹਾਰਾਜ ਮਿਹਰ ਦਇਆ ਦੇ ਸਮੁੰਦਰ ਹਨ, ਸਾਗਰ ਹਨ। ਵੈਸੇ ਥਾਨ ਮਸਾਨ ਨਾ ਮਾਨਵ ਕੋ ਜਹਾਂ। ਜਿੱਥੇ ਆ ਸਿਵਿਆਂ ਵਾਲਾ ਥਾਨ ਹੈ, ਮੜੀਆਂ ਵਾਲਾ ਥਾਨ ਹੈ ਤੇ ਜਿੱਥੇ ਕੋਈ ਮਨੁੱਖ ਨਹੀਂ ਦਿਸ ਰਿਹਾ ਉੱਥੇ ਗੁਰੂ ਜੀ ਬੈਠੇ ਹੋਏ ਚੌਂਕੜਾ ਮਾਰ ਕੇ। ਹੋ ਜਿਸ ਕਰਨਾ ਤੇ ਨਾਸ਼ ਤਾਪ ਤ੍ਰੈ ਸੁਖ ਮਹਾ। ਜਿਸ ਗੁਰੂ ਮਹਾਰਾਜ ਦੀ ਕਿਰਪਾ ਦਇਆ ਦੇ ਨਾਲ ਤਿੰਨੇ ਤਾਪ ਨਾਸ ਹੋ ਜਾਂਦੇ ਤੇ ਮਹਾਨ ਵੱਡਾ ਹੀ ਸੁਖ ਪ੍ਰਾਪਤ ਹੁੰਦਾ ਆਤਮ ਸਰੂਪ ਦਾ। ਨਾਨਕ ਜੀ ਉਠ ਚਲਹੁ ਨਿਬਾਬ ਹਕਰਾਈ। ਨਾਨਕ ਜੀ ਉਠ ਚਲਹੁ ਨਿਬਾਬ ਹਕਾਰੀ। ਇਹ ਕਹਿਣ ਲੱਗਾ ਜਾ ਕੇ ਵੀ ਗੁਰੂ ਨਾਨਕ ਸਾਹਿਬ ਜੀ ਆ ਉਠੋ ਚੱਲੋ, ਤੁਹਾਨੂੰ ਨਵਾਬ ਨੇ ਬੁਲਾਇਆ ਸੱਦਿਆ ਹੈ। ਇੱਛਾ ਪੂਸ਼ਨ ਕਸ਼ਕ ਤੁਮਹਿ ਅਨਸਾਰਈ। ਆ ਕੁਝ ਕੁ ਪੁੱਛਣ ਦੀ ਇੱਛਾ ਹੈ ਤੁਹਾਡੇ ਕੋਲੋਂ, ਉਹ ਤੁਹਾਡੇ ਗੋਚਰੀ ਗੱਲ ਹੈ, ਤੁਸੀਂ ਹੀ ਦੱਸ ਸਕਦੇ ਹੋ ਸਿਰਫ। ਹੋ ਨਾ ਚੱਲੋ ਟਿਗ ਖਾਨ ਕੌਣ ਮਮ ਕਾਜ ਹੈ। ਮਹਾਰਾਜ ਬੋਲੇ ਹੈ ਜਿਨ੍ਹਾਂ ਨੂੰ ਕਿਸੇ ਦੀ ਕਾਣ ਕਨੌੜ ਨਹੀਂ ਕਹਿੰਦੇ ਵੀ
ਹੇ ਭਾਈ ਦੱਸ ਵੀ ਨਵਾਬ ਦੇ ਕੋਲ ਅਸੀਂ ਭਲਾ ਕਿਉਂ ਚੱਲੀਏ? ਸਾਡਾ ਭਲਾ ਨਵਾਬ ਦੇ ਨਾਲ ਕੀ ਕੰਮਕਾਰ ਹੈ? ਹੋ ਬੈਸ ਰਹੇ ਉਦਿਆਨ ਨਾ ਮੋਦੀ ਸਾਜ ਹੈ। ਅਸੀਂ ਤੇ ਹੁਣ ਕੋਈ ਨਵਾਬ ਦਾ ਮੋਦੀ ਦਾ ਕੰਮ ਨਹੀਂ ਸਾਜਿਆ ਵੀ ਉਹਨਾਂ ਦੇ ਮੋਦੀ ਤੇ ਹੁਣ ਲੱਗੇ ਕੋਈ ਨਹੀਂ ਆ ਜੰਗਲ ਦੇ ਵਿੱਚ ਮਸਾਣਾ ਦੇ ਵਿੱਚ ਹੀ ਬੈਠ ਰਹੇ ਮੌਜ ਨਾਲ। ਮੁਰ ਕੁਮਾਨ ਨਾ ਬੈਨ ਬਖਾਨੇ ਮਖਾਨ ਸੋ। ਇਹ ਜਿਹੜਾ ਮਨੁੱਖ ਆਇਆ ਸੀ ਗੁਰੂ ਜੀ ਨੂੰ ਸੱਦਣ, ਇਹਨੇ ਜਾ ਕੇ ਬਚਨ ਕਹੇ ਮੁੜ ਕੇ ਖਾਨ ਨਵਾਬ ਨੂੰ। ਨਹਿ ਪਾਵਹਿ ਪੁਰ ਪਾਏ ਰਹਿ ਉਦਿਆਨ ਸੋ। ਨਵਾਬ ਜੀ ਜੋ ਗੁਰੂ ਨਾਨਕ ਸਾਹਿਬ ਹੈ ਉਹਦੇ ਸੁਲਤਾਨਪੁਰ ਵਿੱਚ ਪੈਰ ਨਹੀਂ ਪਾ ਰਹੇ, ਕਹਿੰਦੇ ਵੀ ਅਸੀਂ ਨਹੀਂ ਜਾਣਾ ਹੈ ਤੇ ਜੰਗਲ ਵਿੱਚ ਹੀ ਰਹਿ ਰਹੇ ਆਪਣੀ ਮੌਜ ਮਸਤੀ ਵਿੱਚ ਆ ਕੇ। ਆਇਸ ਮਨ ਹੈ ਨਾਹੇ ਤੁਮਾਰੀ ਜਾਨੀਏ। ਉਹ ਪਹਿਲੀਆਂ ਗੱਲਾਂ ਨਹੀਂ ਰਹੀਆਂ ਵੀ ਤੁਹਾਡੀ ਆਗਿਆ ਮੰਨਣਗੇ, ਹੁਣ ਨਹੀਂ ਉਹ ਤੁਹਾਡੀ ਆਗਿਆ ਮੰਨਦੇ ਨਵਾਬ, ਇਹ ਤੂੰ ਜਾਣ ਲੈ। ਹੋ ਜੋ ਭਾਵਹਿ ਤਿਉ ਕਰਹੁ ਆਪ ਤੁਮ ਸਿਆਣੀਏ। ਕਿਉਂਕਿ ਜਿਵੇਂ ਤੁਹਾਨੂੰ ਭਾਉਂਦਾ ਉਸੇ ਤਰ੍ਹਾਂ ਕਰ ਲਓ, ਤੁਸੀਂ ਕਿਹੜਾ ਅਣਜਾਣ ਹੋ, ਤੁਸੀਂ ਵੀ ਬਹੁਤ ਸਿਆਣੇ ਹੋ। ਸਿਆਣੇ ਹੋਣ ਦੇ ਨਾਂ ਤੇ ਆਪੇ ਹੀ ਕਰ ਲਓ ਜੋ ਕਰਨਾ ਹੈ। ਸੁਣੀ ਖਾਨ ਨਿਜ ਕਾਨ ਰਸਾਨੋ ਮਨ ਘਨੋ। ਜਦੋਂ ਨਵਾਬ ਨੇ ਗੱਲ ਸੁਣੀ ਕੰਨ ਵਿੱਚ ਤੇ ਇਹਨੂੰ ਤੇ ਬਹੁਤ ਹੀ ਗੁੱਸਾ ਚੜ ਗਿਆ ਹੈ। ਮਸ਼ਕਰ ਸਾਏ ਸੁਮੇਰ ਭਗਨ ਚਹ ਮਨ ਮਨੋ। ਆ ਜਿਵੇਂ ਕਹਿੰਦੇ ਵੀ ਮੱਛਰ ਜਿਹੜਾ ਗੁੱਸਾ ਕਰੇ ਤੇ ਗੁੱਸਾ ਕਰਕੇ ਸਮੇਰ ਪਰਬਤ ਨੂੰ ਭੰਨਣਾ ਚਾਹੇ ਮਨ ਵਿੱਚ ਵੀ ਮੈਂ ਸਮੇਰ ਪਰਬਤ ਤੋੜ ਕੇ ਰੱਖ ਦੂੰਗਾ, ਪਹਾੜ ਨੂੰ ਤੋੜ ਦੂੰ, ਚੂਰ ਚੂਰ ਕਰ ਦੂੰ, ਮੱਛਰ ਨੂੰ ਗੁੱਸਾ ਜੇ ਕਵੇ ਇਹ ਗੱਲ। ਇਸੇ ਤਰ੍ਹਾਂ ਹੀ ਮਾਨੋ ਕਿ ਨਵਾਬ ਜਿਹੜਾ ਮੱਛਰ ਦੀ ਨਿਆਈ ਹੈ, ਜੋ ਗੁਰੂ ਜੀ ਸਮੇਰ ਪਰਬਤ ਦੀ ਨਿਆਈ ਹੈ, ਇਹਨੇ ਮਨ 'ਚ ਬੜੀਆਂ ਘਾੜਤਾਂ ਘੜੀਆਂ ਹੈ। ਕਹਿ ਕੇ ਆਨਹ ਗਹੀ ਕਹੇ ਜੇ ਨਾ ਆਵਈ। ਇਹ ਕਹਿਣ ਲੱਗਾ ਨਵਾਬ ਵੀ ਇੰਜ ਕਰੋ, ਜੋ ਮੋਦੀ ਹੈ ਨਾ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਤੁਸੀਂ ਫੜ ਕੇ ਲੈ ਕੇ ਆਓ। ਕਹੇ ਜੇ ਨਾ ਆਵੇ, ਜੇ ਕਹਿਣਗੇ ਨਾ ਵੀ ਅਸੀਂ ਨਹੀਂ ਆਉਣਾ, ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ। ਹੋ ਜਾਹੋ ਅਬਹਿ ਸਮਝਾਹੋ ਬਹੁਰ ਪਛਤਾਵਈ। ਹੁਣ ਤੂੰ ਜਾ ਤੇ ਉਹਨਾਂ ਨੂੰ ਸਮਝਾ ਵੀ ਆਖੇ ਲੱਗ ਕੇ ਤੁਰ ਪਓ, ਨਹੀਂ ਤੇ ਬਹੁਤ ਮੁੜ ਕੇ ਪਛਤਾਓਗੇ, ਗ੍ਰਿਫਤਾਰ ਕਰ ਲਵਾਂਗੇ ਤੁਹਾਨੂੰ। ਦੇਰਹੀਨ ਨਰ ਫੇਰ ਹੇਰ ਕਹਿ ਜਾਏ ਕਹਿ। ਇਹ ਤੇ ਬਿਨਾਂ ਦੇਰੀ ਤੋਂ ਬੜੀ ਛੇਤੀ ਮਨੁੱਖ ਫੇਰ ਜਾ ਕੇ ਗੁਰੂ ਜੀ ਨੂੰ ਵੇਖ ਕੇ ਤੇ ਕਹਿਆ ਹੈ ਨੇ ਬਚਨ। ਵੇਗ ਚੱਲੋ ਇੱਕ ਬੇਰ ਹਿਰਦੇ ਹਰਖਾਏ ਕਹਿ। ਕਿ ਮਹਾਰਾਜ ਤੁਸੀਂ ਇੰਜ ਕਰੋ, ਬੜੀ ਛੇਤੀ ਚੱਲੋ ਇੱਕ ਵਾਰ ਹਿਰਦੇ ਵਿੱਚ ਖੁਸ਼ ਹੋ ਕੇ। ਨਦਰ ਰਿਸਾ ਮਨ ਖਾਨ ਮੰਗਾਏ ਗਹਾਏ ਕਹਿ। ਨਹੀਂ ਤੇ ਉਹ ਜਿਹੜਾ ਨਵਾਬ ਹੈ ਨਾ ਦੌਲਤ ਖਾਂ ਬੜਾ ਗੁੱਸੇ ਹੋਇਆ ਮਨ ਵਿੱਚ ਤੇ ਤੁਹਾਨੂੰ ਬਹੁਤ ਮਨੁੱਖ ਭੇਜ ਕੇ ਪਕੜਾ ਕੇ ਮੰਗਾ ਲਵੇਗਾ, ਲੈ ਜਾਵੇਗਾ। ਹੋ ਭਲੀ ਬਾਤ ਹੈ ਆਪ ਚੱਲੋ ਸੁਖ ਪਾਏਗਾ। ਇਸ ਕਰਕੇ ਚੰਗੀ ਗੱਲ ਤੇ ਮਹਾਰਾਜ ਇਹੋ ਹੀ ਹੈ ਕਿ ਆਪ ਹੀ ਚੱਲੋ ਸੁਖ ਪਾ ਕੇ। ਸੁਨਿਓ ਸ਼੍ਰਵਣ ਸੁਖ ਰਾਜ ਸਹਿਜ ਮੁਸਕਤ ਚੱਲੇ। ਮਸਕਤ ਚੱਲੇ। ਜੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸੁੱਖਾਂ ਦੇ ਰਾਜੇ ਹੈ, ਸੁੱਖਾਂ ਨੂੰ ਪ੍ਰਕਾਸ਼ ਕਰਨ ਵਾਲੇ ਹੈ, ਕੰਨਾਂ ਵਿੱਚ ਸੁਣਿਆ ਤੇ ਸੁੱਤੇ ਸੇਧੀ ਆ ਥੋੜਾ ਜਿਹਾ ਗੁਰੂ ਜੀ ਮੁਸਕਰਾਏ ਤੇ ਚੱਲੇ ਹਨ। ਮੰਦ ਮਤੀ ਮਨ ਮੂੜ ਦੇਨ ਤਿਹ ਮਤ ਭਲੇ। ਜੋ ਮੰਦੀ ਮਤ ਵਾਲਾ ਮਨ ਦਾ ਮੂਰਖ ਹੈ ਨਵਾਬ, ਉਹਨੂੰ ਚੰਗੀ ਅਗਲ ਮਤ ਦੇਣ ਵਾਸਤੇ ਮਹਾਰਾਜ ਮੁਸਕਰਾਏ ਵੀ ਇਹ ਮੂਰਖ ਸਾਨੂੰ ਭਲਾ ਕੀ ਫੜ ਕੇ ਖੜ ਸਕਦਾ ਹੈ। ਬੇਦੀ ਕੇਤ ਨਿਕੇਤ ਗਏ ਹਿਤ ਹੈ ਯਹੀ। ਬੇਦੀਆਂ ਦੇ ਕੁਲ ਦੇ ਜੋ ਤੁਜਾ ਰੂਪ ਹੈ ਨਵਾਬ ਦੇ ਘਰ ਗਏ ਹੈ ਇਸੇ ਕੰਮ ਵਾਸਤੇ ਵੀ ਇਹ ਸਾਨੂੰ ਕੀ ਫੜ ਕੇ ਖੜ ਸਕਦਾ। ਮੂਰਖ ਹੈ, ਇਹਦੀ ਮੱਤ ਜਿਹੜੀ ਮੰਦੀ ਹੋਈ ਨਾ, ਇਹਨੂੰ ਸਿੱਖਿਆ ਦੇ ਕੇ ਭਲੀ ਮੱਤ ਕਰਨੀ ਦਾ ਭਲਾ ਕਰਨਾ ਹੈ। ਹੋ ਕਲ ਕਲਮਲ ਬਲ ਬਲਤ ਉਬਾਰਨਾ ਤਿਸ ਸਹੀ। ਵੀ ਜਿਹੜੇ ਆ ਕਲਯੁਗ ਦੇ ਪਾਪ ਹੈ ਬੜੇ ਬਲੀ ਜਿਨ੍ਹਾਂ ਵਿੱਚ ਘੇਰਿਆ ਹੋਇਆ, ਉਹਨਾਂ ਤੋਂ ਇਸ ਮੰਦੀ ਮੱਤ ਵਾਲੇ ਨਵਾਬ ਨੂੰ ਨਿਸ਼ਚੇ ਪੂਰਵਕ ਸਹੀ ਤੌਰ ਤੇ ਜਿਹੜਾ ਬਚਾਉਣਾ ਹੈ।
ਇਸ ਕਾਰਨ ਵਾਸਤੇ ਮਹਾਰਾਜ ਚੱਲੇ ਉਂਝ ਡਰ ਕੇ ਨਹੀਂ ਸੀ ਚੱਲੇ। ਗਏ ਠਾਂਡ ਤਹ ਭਏ ਕੀਓ ਨਾ ਸਲਾਮ ਕੋ। ਮਹਾਰਾਜ ਜੀ ਚਲੇ ਗਏ ਐ, ਉੱਥੇ ਨਵਾਬ ਦੀ ਕਚਹਿਰੀ ਵਿੱਚ ਖੜੇ ਹੋ ਗਏ, ਕੋਈ ਸਲਾਮ ਨਹੀਂ ਕੀਤਾ ਵੀ ਨਵਾਬ ਵਾਲੇਕਮ ਸਲਾਮ। ਹੀਰਤ ਔਰ ਰਿਸ ਸਰਸ ਖਾਨ ਮਨ ਬਾਮ ਕੋ। ਇਹ ਵੇਖ ਕੇ ਗੁਰੂ ਜੀ ਨੂੰ ਤੇ ਹਿਰਦੇ ਵਿੱਚ ਤੇ ਨਵਾਬ ਜਿਹੜਾ ਟੇਢੇ ਮਨ ਵਾਲਾ ਬਹੁਤ ਗੁੱਸੇ ਵਿੱਚ ਹੋਇਆ ਹੈ। ਹਾਂ ਜੋ ਹਕਾਰਿਓ ਤੋਹੇ ਨਾ ਆਇਓ ਕਿਆ ਠਟੀ। ਇਹ ਕਿਉਂ ਗੁੱਸੇ ਵਿੱਚ ਆ ਵੀ ਕਮਾਲ ਹੋ ਗਈ, ਮੇਰਾ ਹੀ ਮੋਦੀ ਹੋ ਕੇ ਮੈਨੂੰ ਹੀ ਨਹੀਂ ਮੱਥਾ ਟੇਕਿਆ, ਮੈਨੂੰ ਹੀ ਨਮਸਕਾਰ ਨਹੀਂ ਕੀਤੀ। ਤੇ ਕਹਿੰਦਾ ਗੁੱਸੇ ਵਿੱਚ ਆ ਕੇ, ਉਹ ਮੋਦੀ ਨਾਨਕ ਤੈਨੂੰ ਸੱਦਿਆ ਸੀ, ਤੂੰ ਆਇਆ ਕਿਉਂ ਨਹੀਂ ਹੈ? ਭਲਾ ਕੀ ਆ ਧਾਰੀ ਹੋਈ ਹੈ ਮਨ ਵਿੱਚ, ਕੀ ਪੱਕੀ ਕੀਤੀ ਹੈ ਗੱਲ? ਹੋ ਮੋਰ ਆਏ ਸੰਗ ਮੋਰ ਬੈਠਿਓ ਲਖ ਲਟੀ। ਕਿ ਆ ਮੈਂ ਭੇਜਿਆ ਸੀ ਮਨੁੱਖ ਮੇਰੀ ਆਗਿਆ ਨੂੰ ਮੋੜ ਕੇ, ਤੇ ਕਿਵੇਂ ਤੁਸੀਂ ਜਿਹੜਾ ਲੱਖ ਲੁੱਟੀ ਪਾਠ ਵੀ ਇੱਥੇ ਹੈ ਵੀ ਕਿਵੇਂ ਤੁਸਾਂ ਨੇ ਜਿਵੇਂ ਆ ਲੱਖਾਂ ਰੁਪਏ ਲੁੱਟ ਲਏ ਹੋਣ ਲੋਕਾਂ ਦੇ, ਤੇ ਜਾ ਕੇ ਬੈਠ ਜਾਓ ਮੌਜ ਨਾਲ ਬੇਪਰਵਾਹ ਹੋ ਕੇ। ਆ ਕਿਵੇਂ ਨੇ ਮੇਰੀ ਆਗਿਆ ਮੰਨੀ, ਆਗਿਆ ਮੋੜ ਦਿੱਤੀ ਹੈ? ਜਾਂ ਲੱਖ ਲਟੀ ਵੀ ਮੈਨੂੰ ਲਟੀ ਕਹੀਦਾ ਛੋਟੇ ਨੂੰ, ਵੀ ਛੋਟਾ ਜਾਣ ਕੇ ਵੀ ਨਵਾਬ ਕੀ ਚੀਜ਼ ਹੈ, ਇਵੇਂ ਜਾਣ ਕੇ ਤੇ ਤੁਸੀਂ ਆਏ ਨਹੀਂ ਹੋ, ਬੇਪਰਵਾਹ ਹੋ ਕੇ ਬੈਠੇ ਰਹੇ ਹੋ ਮਸਾਣਾ ਵਿੱਚ। ਜਾਕਰ ਜਬੈ ਤੁਮਾਰ ਆਵਤੇ ਤੁਮ ਕਹੇ। ਮਹਾਰਾਜ ਕਹਿਣ ਲੱਗੇ ਨਵਾਬ ਕੰਨ ਖੋਲ ਕੇ ਸੁਣ, ਜਦੋਂ ਅਸੀਂ ਤੇਰੇ ਚਾਕਰ ਸੀ ਨਾ, ਨੌਕਰ ਮੋਦੀ ਖਾਨੇ ਦਾ ਕੰਮ ਕਰਦੇ ਸੀ, ਉਦੋਂ ਦੇ ਤੇਰੇ ਕਹੇ ਤੇ ਆ ਜਾਣੇ ਸਾਂ, ਹੁਣ ਅਸੀਂ ਤੇਰੇ ਕੋਈ ਨੌਕਰ ਚਾਕਰ ਨਹੀਂ ਹਾਂ। ਤਜੀ ਕ੍ਰਿਤ ਅਬ ਸਭੈ ਨਿਰਾਰੇ ਹੋ ਰਹੇ। ਉਹ ਜਿਹੜੀ ਮੋਦੀ ਖਾਨੇ ਦੀ ਕਿਰਤ ਕਮਾਈ ਉਹ ਤੇ ਅਸਾਂ ਨੇ ਹੁਣ ਛੱਡ ਦਿੱਤੀ ਹੈ ਸਾਰੀ, ਤੇ ਹੁਣ ਤੇ ਸਾਰਿਆਂ ਤੋਂ ਅਸੀਂ ਵੱਖਰੇ ਹੋ ਕੇ ਰਹਿ ਰਹੇ ਹਾਂ, ਨਿਰਾਲੇ ਹੋ ਰਹੇ ਹਾਂ। ਹੁਣ ਅਸੀਂ ਕਿਉਂ ਕਿਸੇ ਦਾ ਬਚਨ ਮੰਨੀਏ ਨਵਾਬ? ਚਾਕਰ ਭਏ ਖੁਦਾਏ ਹੁਕਮ ਤਿਹ ਮਾਨਈ। ਨਵਾਬ ਸੁਣ, ਹੁਣ ਤੇ ਅਸੀਂ ਖੁਦਾ ਦੇ ਚਾਕਰ ਹੋ ਗਏ ਹਾਂ, ਉਹਦਾ ਹੁਕਮ ਮੰਨਾਂਗੇ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਹੁਣ ਤੇ ਅਸੀਂ ਜੋ ਠਾਕੁਰ ਹੈ ਨਾ ਭਾਰਾ ਪਰਮੇਸ਼ਰ, ਉਹ ਖੁਦਾ ਦੇ ਚਾਕਰ ਹੈ, ਤੇਰੇ ਕੋਈ ਨਹੀਂ ਨੌਕਰ ਨਵਾਬ। ਉਹ ਨਿਰੰਕਾਰ ਕਰਤਾਰ ਜਗਤ ਜਿਹ ਜਾਣਈ। ਆ ਜਗਤ ਜਿਸ ਪਰਮੇਸ਼ਰ ਨੂੰ ਆਕਾਰ ਤੋਂ ਰਹਿਤ ਨਿਰੰਕਾਰ ਤੇ ਕਰਤਾ ਕਰਤਾਰ ਜਾਣਦਾ ਹੈ ਚੰਗੀ ਤਰ੍ਹਾਂ। ਸ਼੍ਰਵਣ ਸੁਣਤ ਰਿਸ ਸਰਸ ਨਾ ਬਸ ਅਸ ਕਹਿਤ ਭਾ। ਸੁਣ ਕੇ ਨਵਾਬ ਨੂੰ ਤੇ ਅੱਗ ਲੱਗ ਗਈ ਹੈ, ਅੱਗ ਉਹਦਾ ਵਾਵ ਰੋਲਾ ਹੋ ਗਿਆ ਹੈ, ਬਹੁਤ ਗੁੱਸੇ ਵਾਲਾ ਹੋ ਕੇ ਬਸ ਕੋਈ ਚੱਲ ਨਹੀਂ ਰਿਹਾ, ਤੇ ਐਸਾ ਕਹਿੰਦਾ ਹੈ ਮਹਾਰਾਜ ਜੀ ਨੂੰ। ਆਨੋ ਦੀਨ ਮਝਾਰ ਦੀਨ ਮਤ ਚਾਹਤ ਭਾ। ਇਹ ਤੇ ਇਸ ਤਰ੍ਹਾਂ ਕਹਿਣ ਲੱਗਾ, ਵਿਚਾਰਾਂ ਜਿਹੀਆਂ ਕਰਨ ਲੱਗਾ ਹੈ, ਤੇ ਕੀ ਸੋਚਦਾ ਹੈ? ਕਹਿੰਦਾ ਵੀ ਜਿਹੜਾ ਦੀਨ ਮਤ ਵਾਲਾ, ਜਿਹੜਾ ਨੀਵੀਂ ਮਤ ਵਾਲਾ ਨਾ, ਇਹ ਨਵਾਬ ਇਹ ਚਾਹੁੰਦਾ ਹੈ ਕਿ ਇਹਨਾਂ ਨੂੰ ਮੈਂ ਆਪਣੀ ਦੀਨ ਮੁਸਲਮਾਨੀ ਮਤ ਵਿੱਚ ਲੈ ਆਵਾਂ, ਇਹਨਾਂ ਨੂੰ ਮੁਸਲਮਾਨ ਬਣਾ ਲਵਾਂ। ਆਜ ਜਮੇ ਕੋ ਰੋਜ਼ ਖੋਜ ਸਭ ਪਾਏ ਹਾਂ। ਕਹਿੰਦਾ ਵੀ ਅੱਜ ਤੇ ਜਿਹੜਾ ਜੁਮੇ ਆ ਸ਼ੁੱਕਰਵਾਰ ਦਾ ਦਿਨ ਹੈ, ਪਹਿਲਾਂ ਮੈਂ ਵੀ ਚੰਗੀ ਤਰ੍ਹਾਂ ਪਤਾ ਕਰ ਲਵਾਂ। ਹੋ ਚੱਲੀਏ ਸੰਗ ਮਸੀਤ ਨਮਾਜ਼ ਪੜਾਏ ਹਾਂ। ਗੁਰੂ ਨਾਨਕ ਸਾਹਿਬ ਮੋਦੀ ਜੀ ਠੀਕ ਹੈ, ਚਲੋ ਵੀ ਆ ਮਸੀਤ ਵਿੱਚ ਸਾਡੇ ਨਾਲ ਚੱਲੀਏ, ਆਪਾਂ ਨਮਾਜ਼ ਰਲ ਮਿਲ ਕੇ ਪੜਾਵਾਂਗੇ। ਦ੍ਰਿਸ਼ਟ ਏਕ ਪਰ ਧਰੀ ਜਗਤ ਤਜ ਕਾਨ ਕੋ। ਕਿਉਂਕਿ ਤੁਸਾਂ ਨੇ ਜਿਹੜੀ ਆਪਣੀ ਦ੍ਰਿਸ਼ਟੀ ਹੈ ਨਾ, ਉਹ ਇੱਕ ਪਰਮੇਸ਼ਰ ਦੇ ਉੱਪਰ ਖੁਦਾ ਪਰ ਰੱਖੀ ਹੋਈ ਹੈ, ਤੇ ਜਗਤ ਦੀ ਜਿਹੜੀ ਕਾਣ ਕਨੌੜ ਈਣ ਹੈ, ਡਰ ਪੈ ਛੱਡਿਆ ਹੋਇਆ ਤੁਸੀਂ। ਹਿੰਦੂ ਤੁਰਕ ਜੇ ਦੋਏ ਨਾ ਭੇਦ ਹੈ ਜਾਨ ਕੋ। ਜਿਹੜੇ ਵੀ ਤੁਸੀਂ ਕਹਿੰਦੇ ਵੀ ਨਾ ਕੋਈ ਹਿੰਦੂ ਨਾ ਤੁਰਕ ਹੈ, ਇਸ ਕਰਕੇ ਤੁਹਾਨੂੰ ਕਾਹਦਾ ਭਰਮ ਹੈ? ਹਿੰਦੂ ਤੁਰਕ ਜਿਹੜੇ ਮੁਸਲਮਾਨ ਹੈ, ਇਹ ਦੋਵੇਂ ਇਕੱਠੇ ਤੁਸੀਂ ਮੰਨਦੇ ਹੋ, ਭੇਦ ਕੋਈ ਜਾਣਦੇ ਨਹੀਂ, ਵੱਖਰੇ ਵੱਖਰੇ ਨਹੀਂ ਸਮਝਦੇ ਕਿ ਹਿੰਦੂ ਵੱਖਰਾ ਤੇ ਮੁਸਲਮਾਨ ਵੱਖਰਾ ਹੈ।
तो हम करह खुदाए बंदगी बंद कर। ਹਾਂ, ਇਸ ਕਰਕੇ ਖੁਦਾ ਦੇ ਉਹ ਮਸੀਤ ਘਰ ਵਿੱਚ ਜਾਵਾਂਗੇ, ਉੱਥੇ ਜਾ ਕੇ ਦੋਵੇਂ ਹੱਥ ਜੋੜ ਕੇ ਤੇ ਬੰਦਗੀ ਕਰਾਂਗੇ। हो तुम पी गवनो संग तजहो नर लाज डर। ਇਸ ਕਰਕੇ ਗੁਰੂ ਨਾਨਕ ਮੋਦੀ ਜੀ ਸਾਡੇ ਨਾਲ ਹੀ ਚੱਲਣਾ ਕਰੋ ਮਸੀਤ ਵਿੱਚ, ਤੇ ਜਿਹੜੇ ਲੋਕਾਂ ਦਾ ਡਰ ਪੈ ਉਹ ਛੱਡ ਦਿਓ ਵੀ ਲੋਕ ਕੀ ਕਹਿਣਗੇ। सुन नानक जी कान बैन आनन पनै। ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਆਪਣੇ ਕੰਨਾਂ ਸਰਵਣਾ ਵਿੱਚ ਬਚਨ ਧਿਆਨ ਨਾਲ ਤੇ ਬਚਨ ਕਹੇ ਗੁਰੂ ਜੀ ਨੇ ਮੁਖੋਂ। चलो खान तिह थान जहाँ तुम मन मनै। ਮਹਾਰਾਜ ਕਹਿੰਦੇ ਨਵਾਬ ਜੀ ਫਿਕਰ ਕਾਹਦੀ ਹੈ, ਚੱਲੋ ਉਸੇ ਥਾਂ ਤੇ ਜਿੱਥੇ ਤੇਰਾ ਮਨ ਮੰਨਦਾ ਹੈ। खोजो खोजन जोग ना जान्यो जाए हैं। ਤਾਂ ਜਾਣਿਓ ਜਾਏ ਹੈ। ਮਹਾਰਾਜ ਕਹਿੰਦੇ ਵੀ ਜੋ ਲੱਭਣ ਯੋਗ ਹੈ ਉਹ ਲੱਭਿਆ ਵੀ ਜਾਵੇਗਾ ਤੇ ਜਾਣਿਆ ਵੀ ਜਾਵੇਗਾ ਵੀ ਕੀ ਅਸਲ ਵਿੱਚ ਗੱਲ ਹੈ ਤੁਹਾਡੇ ਅੰਦਰ। हो आनंद कंद मकंद चले संग राय है। ਜੋ ਆਨੰਦ ਦੇ ਦਾਤੇ ਮਹਾਰਾਜ ਮੁਕਤੀ ਦੇ ਦਾਤੇ ਹੈ, ਗੁਰੂ ਮਹਾਰਾਜ ਨਵਾਬ ਰਾਜੇ ਦੇ ਨਾਲ ਚੱਲੇ ਹਨ। रोर परिपुर माहे नार नार सगर में। ਨਾਰ ਨਰ ਸਗਰ ਮੈਂ ਵੇਖ ਕੇ ਪੜ ਕੇ ਖਾਂਦੇ। रोर परिपुर माहे नार नार सगर में। ਇੱਧਰ ਸੁਲਤਾਨਪੁਰ ਦੇ ਵਿੱਚ ਤੇ ਰੌਲਾ ਪੈ ਗਿਆ ਸਾਮਾਈ ਭਾਈ ਵਿੱਚ। घर घर करत विचार कोलाहल नगर में। ਘਰ ਘਰ ਵਿੱਚ ਲੋਕ ਸੋਚਾਂ ਵਿਚਾਰਾਂ ਕਰ ਰਹੇ ਐ। ਨਗਰ ਸੁਲਤਾਨਪੁਰ ਵਿੱਚ ਤੇ ਬਹੁਤ ਹਲਚਲ ਮੱਚੀ, ਰੌਲਾ ਪਿਆ ਹੋਇਆ ਹੈ। रंग धनी वृद्ध बाल तरुण दौरत चले। ਕੋਈ ਭਾਵੇਂ ਕੰਗਾਲ ਹੈ, ਕੋਈ ਸ਼ਾਹੂਕਾਰ, ਬੁੱਢਾ, ਬੱਚਾ, ਜਵਾਨ ਦੌੜ ਦੌੜ ਕੇ ਚੱਲੇ ਐ ਸਾਰੇ ਮਸੀਤ ਵੱਲ। हो नानक होए है तुरक बात एह नह भले। ਕਹਿੰਦੇ ਵੀ ਅੱਜ ਗੁਰੂ ਨਾਨਕ ਸਾਹਿਬ ਤੇ ਮੁਸਲਮਾਨ ਹੋ ਜਾਵੇਗਾ, ਇਹ ਗੱਲ ਚੰਗੀ ਨਹੀਂ ਹੈ ਨਵਾਬ ਵਾਸਤੇ। होत रीत विपरीत पीत चित हिंद को। ਇਹ ਤੇ ਬੜੀ ਜਿਹੜੀ ਰੀਤੀ ਹੈ ਨਾ ਉਲਟੀ ਰੀਤੀ ਹੋ ਰਹੀ ਹੈ ਤੇ ਹਿੰਦੂਆਂ ਦੇ ਚਿੱਤ ਵਿੱਚ ਤੇ ਬੜਾ ਭੈ ਹੋ ਰਿਹਾ ਹੈ। कमन निवाल है जाए बखान नरेंद्र को। ਕਹਿੰਦੇ ਵੀ ਕਿਹੜਾ ਹੈ ਜਾ ਕੇ ਨਵਾਬ ਨੂੰ ਕਵੇ, ਗੱਲ ਦੂਰ ਕਰੇ ਵੀ ਨਵਾਬ ਤੂੰ ਏਦਾਂ ਨਾ ਕਰ, ਇਹ ਬੜੀ ਮਾੜੀ ਗੱਲ ਹੈ। अत अचरज की बात सुनत चित थर हरे। ਆਤ ਦੀ ਜਿਹੜੀ ਅਚਰਜਤਾ ਦੀ ਗੱਲ ਸੁਣ ਸੁਣ ਕੇ ਲੋਕਾਂ ਦੇ ਚਿੱਤ ਜਿਹੜੇ ਉਹ ਕੰਬਦੇ ਹਨ। हाँ यह विद आगे पई ना जिह विद अब कर। ਕਹਿੰਦੇ ਇਸ ਤਰ੍ਹਾਂ ਦੇ ਪਹਿਲਾਂ ਅੱਜ ਤੱਕ ਨਹੀਂ ਜਿਹੜੀ ਹੋਈ ਹੈ ਜਿਸ ਤਰ੍ਹਾਂ ਦਾ ਢੰਗ ਤਰੀਕਾ ਨਵਾਬ ਹੁਣ ਕਰਨ ਲੱਗਾ, ਜਿਹੋ ਜੀ ਗੱਲ ਅੱਜ ਹੋਣ ਲੱਗੀ ਇਹੋ ਜੀ ਤੇ ਕਦੀ ਨਹੀਂ ਪਹਿਲਾਂ ਹੋਈ। ਚਤੁਰ ਬਰਨਾ ਨਾਲ ਚੱਲੇ ਤਮਾਸ਼ੇ ਹਿਤ ਸਭੇ। ਆ ਜਿਹੜੇ ਚਾਰ ਵਰਨਾਂ ਦੇ ਲੋਕ ਹੈ ਨਾ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਹ ਇਕੱਠੇ ਹੋ ਕੇ ਸਾਰੇ ਜਿਹੜੇ ਚੱਲੇ ਆ ਤਮਾਸ਼ੇ ਨੂੰ ਵੇਖਣ ਵਾਸਤੇ। ਫੇਰ ਜਰਾਮ ਕੁਚਾਲ ਵਿਸਾਲ ਹੈ ਦੁਖ ਤਬੈ। ਇੱਧਰ ਭਾਈਆ ਜੈ ਰਾਮ ਵੀ ਨਵਾਬ ਦੀ ਖੋਟੀ ਚਾਲ ਹੈ, ਖੋਟਾ ਤਰੀਕਾ ਵੇਖ ਕੇ ਤਦੋਂ ਬੜਾ ਹੀ ਦੁਖੀ ਹੋ ਰਹੇ ਮਨ ਵਿੱਚ। ਸੋਚਤ ਸੋਚਨ ਸਕੁਚ ਚੱਲਿਓ ਚੱਕਰਤ ਘਰੇ। ਸੋਚਾਂ ਨੂੰ ਸੋਚਦੇ ਐ, ਬੜਾ ਸੰਕੋਚ ਕਰਦੇ, ਡਰਦੇ ਐ, ਹੈਰਾਨ ਹੋ ਕੇ ਘਰੇ ਚੱਲ ਪਏ ਹੈ ਵੀ ਘਰ ਹੀ ਚੱਲੀਏ। ਹੋ ਚਿਤ ਚਾਹਤ ਕਛ ਔਰ ਬਿਦ ਨਾ ਕਰੇ। ਕਹਿੰਦੇ ਵੀ ਵੇਖ ਲੋ ਆ ਚਿੱਤ ਵਿੱਚ ਤੇ ਹੋਰ ਹੀ ਕੁਝ ਚਾਹਿਆ ਸੀ ਤੇ ਉਹ ਜੋ ਵਿਧਾਤਾ ਪਰਮੇਸ਼ਰ ਉਹਨੇ ਹੋਰ ਦੀ ਹੋਰ ਹੀ ਕਰ ਦਿੱਤੀ, ਆਦੀ ਉਲਟੀ ਗੱਲ ਪਾ ਦਿੱਤੀ ਹੈ। ਬਦਤ ਸੁਦਾ ਕੀ ਲਤਾ ਹਲਾਹਲ ਫਰਫਰੀ। ਕਹਿੰਦੇ ਇਹਦੇ ਇਵੇਂ ਗੱਲ ਹੋ ਗਈ ਹੈ ਵੀ ਜਿਵੇਂ ਅੰਮ੍ਰਿਤ ਦੀ ਜਿਹੜੀ ਵੇਲ ਲਾਈ ਹੋਵੇ ਉਹ ਵੱਧ ਫੁੱਲ ਰਹੀ ਹੋਵੇ ਤੇ ਉਲਟੀ ਗੱਲ ਹੋ ਜੇ ਵੀ ਉਹ ਜਿਹੜੇ ਜ਼ਹਿਰ ਦੀਆਂ ਫਲੀਆਂ ਉਹਨੂੰ ਫਲ ਲੱਗ ਜੇ। ਵੀ ਬੇਲ ਤੇ ਬੀਜੀ ਹੈ ਅੰਮ੍ਰਿਤ ਦੀ ਤੇ ਲੱਗ ਜਾਵੇ ਉਹਨੂੰ ਜ਼ਹਿਰ ਦੀਆਂ ਫਲੀਆਂ, ਆ ਜ਼ਹਿਰ ਦੇ ਨਾਲ ਭਰ ਜਾਵੇ ਸਾਰੀ ਵੇਲ। ਲਿਖਤ ਕਲਾ ਨਿਧ ਕਲਮ ਬਿਦੰਤਕ ਲਿਖ ਹਰੀ। ਵੀ ਇਹ ਤੇ ਉਹ ਗੱਲ ਹੋ ਗਈ ਜਿਵੇਂ
ਹੱਥ ਵਿੱਚ ਕਲਮ ਲੈ ਕੇ ਤੇ ਚੰਦਰਮਾ ਦੀ ਜਿਹੜੀ ਮੂਰਤ ਉਹਨੂੰ ਲਿਖਣ ਲੱਗ ਪਵੇ, ਬਣਾਉਣ ਲੱਗ ਪਵੇ। ਤੇ ਉਹ ਜਿਹੜਾ ਚੰਦਰਮਾ ਨੂੰ ਲੱਗਦਾ ਰਾਹੂ, ਜਿਹੜਾ ਨਾਸ ਕਰਦਾ ਚੰਦਰਮਾ ਨੂੰ, ਤੇ ਉਲਟੀ ਗੱਲ ਹੋ ਜੇ ਵੀ ਜਿਹੜੀ ਰਾਹੂ ਦੀ ਮੂਰਤ ਲਿਖੀ ਜਾਵੇ ਉਹ ਬਣ ਜਾਵੇ। ਵੀ ਆਹ ਤੇ ਬੜੀ ਮਾੜੀ ਗੱਲ ਹੋ ਗਈ ਹੈ। ਵੀ ਜਿਵੇਂ ਹੱਥ ਵਿੱਚ ਲੈ ਕੇ ਬਣਾਉਣਾ ਚਾਹਵੇ ਮਨੁੱਖ ਵੀ ਮੈਂ ਚੰਦਰਮਾ ਦੀ ਸੂਰਤ ਬਣਾ ਦਾਂ, ਮੂਰਤ ਬਣ ਜਾਵੇ, ਰਾਹੂ ਦੀ ਉਲਟੀ ਗੱਲ ਹੋ ਜੇ। ਇਸੇ ਤਰ੍ਹਾਂ ਚੰਦਰਮਾ ਵਰਗਾ ਵੀ ਜਸ, ਰਾਹੂ ਵਰਗਾ ਜਿਹੜਾ ਹੈ ਉਹ ਹੈ ਅਪਜਸ। ਵੀ ਮੈਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਲੈ ਕੇ ਆਇਆ ਸੀ ਜਸ ਫਲਾਉਣ ਵਾਸਤੇ, ਤੇ ਇਹ ਤੇ ਅਪਜਸ ਹੋ ਰਿਹਾ। ਜੇ ਮੁਸਲਮਾਨ ਬਣ ਗਏ ਤੇ ਇਹਨਾਂ ਦੇ ਮਾਂ ਪਿਓ, ਮਾਤਾ ਪਿਤਾ ਮੈਨੂੰ ਹੀ ਕਹਿਣਗੇ ਵੀ ਤੇਰੇ ਜੀ ਖੋਟ ਹੈ, ਤੂੰ ਹੀ ਨਹੀਂ ਸਮਝਾਇਆ ਹੈ, ਮੇਰਾ ਤੇ ਅਪਜਸ ਹੋਵੇਗਾ, ਮੇਰੀ ਤੇ ਇੱਜ਼ਤ ਤੇ ਕੀ ਹੋਣੀ ਹੈ, ਬੇਇੱਜ਼ਤੀ ਹੋਵੇਗੀ, ਜਸ ਤੇ ਕੀ ਹੋਣਾ ਹੈ, ਆਹ ਤੇ ਨਿਲਾਮੀ ਹੋਣੀ ਹੈ। ਹੁਣ ਦਰਬ ਦੇਨ ਕੋ ਖਾਨ ਹਕਾਰਿਓ ਨਰ ਪਠੇ। ਅੱਜ ਵੀ ਨਵਾਬ ਨੇ ਪੈਸੇ ਨੂੰ ਦੇਣ ਵਾਸਤੇ ਵੀ ਕਿਵੇਂ ਕਰਨੀ ਜੈ ਰਾਮ, ਇੱਕ ਮਨੁੱਖ ਨੂੰ ਭੇਜ ਕੇ ਤੇ ਸੱਦਿਆ ਸੀ ਮੈਨੂੰ। ਹੋ ਬਹੁਰ ਨਿਵਾਜ ਕਰਾਏ ਭਾਈ ਬਿਦ ਆਪਠੇ। ਆਹ ਤੇ ਪੁੱਠੀ ਜਿਹੜੀ ਵਿਧੀ ਹੋ ਗਈ, ਪੁੱਠਾ ਹੀ ਤਰੀਕਾ ਹੋ ਗਿਆ ਵੀ ਹੁਣ ਨਵਾਬ ਮੁੜ ਜਿਹੜਾ ਨਵਾਜ ਕਰਾ ਰਿਹਾ ਮਹਾਰਾਜ ਪਾਸੋਂ। ਚਤੁਰ ਦਿਸ਼ਾ ਤੇ ਜਗ੍ਹਾ ਥਕਤ ਚਿਤ ਹੋਇ ਰਹਾ। ਚਾਰੇ ਤਰਫਾਂ ਤੋਂ ਜਿਹੜਾ ਨਾ ਭਾਈਆ ਜੈ ਰਾਮ ਸਾਧ ਸੰਗਤ ਜੀ ਦੇ ਹੈਰਾਨ ਹੋ ਰਿਹਾ ਹੈ ਤੇ ਚਿੱਤ ਵਿੱਚ ਤੇ ਥਕਾਨ ਹੋ ਰਹੀ, ਬੜਾ ਥੱਕ ਟੁੱਟ ਰਿਹਾ ਹੈ। ਕਾਲੂ ਕਹਾਂ ਕਾਹੇ ਕੀ ਕਾਹੇ ਕੇ ਮੂਲਾ ਕਹਿ ਕਹਾਂ। ਵੀ ਜੇ ਇਹਨਾਂ ਦੇ ਪਿਤਾ ਨੂੰ ਪਤਾ ਲੱਗ ਗਿਆ ਮਹਿਤਾ ਕਾਲੂ ਜੀ ਨੂੰ, ਦੱਸੋ ਵੀ ਮੈਂ ਉਹਨਾਂ ਨੂੰ ਕੀ ਕਹੂੰਗਾ, ਤੇ ਜਿਹੜੇ ਇਹਨਾਂ ਦੇ ਸਹੁਰਾ ਕੋਲ ਮੈਂ ਉਹਨਾਂ ਨੂੰ ਕੀ ਕਹਾਂਗਾ ਵੀ ਆ ਕੀ ਚੰਦ ਚਾੜ ਲਿਆ ਹੈ। ਨਾਨਕ ਜਨਨੀ ਬੂਝਤ ਉੱਤਰ ਦਿਓ ਕੋ। ਜੇ ਇਹਨਾਂ ਦੇ ਮਾਤਾ ਤ੍ਰਿਪਤਾ ਜੀ ਮੈਨੂੰ ਪੁੱਛਣਗੇ ਵੀ ਆ ਜੈ ਰਾਮ ਤੂੰ ਸਮਝਾਉਂਦਾ, ਤੂੰ ਕੀ ਕਰਵਾ ਦਿੱਤਾ, ਇੱਥੇ ਲਿਆਂਦਾ ਕਿਸ ਕੰਮ ਨੂੰ ਤੇ ਹੋ ਕੀ ਗਿਆ ਹੈ, ਦੱਸੋ ਵੀ ਮੈਂ ਕੀ ਉੱਤਰ ਦਿਆਂਗਾ ਮਾਤਾ ਜੀ ਨੂੰ। ਹੋ ਮੁਰ ਪਰ ਧਰ ਹੈ ਖੋਰ ਨਾ ਜਾਣ ਹੈ ਪਿਓ ਕੋ। ਉਹ ਤੇ ਸਗੋਂ ਸਾਰੇ ਮੇਰੇ ਉੱਪਰ ਹੀ ਖੋਟ ਧਰਨਗੇ ਵੀ ਜੈ ਰਾਮ ਤੇਰੇ ਜੀ ਕਮੀ ਹੈ, ਤੈਨੂੰ ਕਹਿੰਦੇ ਰਹੇ ਆ ਤੂੰ ਸਮਝਾਇਆ ਕੋਈ ਨਹੀਂ ਹੈ। ਤੇ ਅਸਲ ਭੇਦ ਨੂੰ ਤੇ ਉਹ ਜਾਣਨਗੇ ਨਹੀਂ ਵੀ ਇਹ ਤੇ ਨਵਾਬ ਦੀ ਖੋਟੀ ਚਾਲ ਹੈ, ਉਹਦਾ ਹੀ ਸਭ ਕਰਿਆ ਕਰਾਇਆ ਹੈ, ਤੇ ਉਹ ਤੇ ਮੇਰੇ ਉੱਪਰ ਹੀ ਉਲਟਾ ਖੋਟ ਰੱਖਣਗੇ, ਮੈਨੂੰ ਹੀ ਮਾੜਾ ਕਹਿਣਗੇ। ਲੱਜਤ ਚੀਨਾ ਨਕੇਤ। ਵੇਖ ਕੇ ਪੜ ਕੇ ਗਾਣਿਆ ਉਹ। ਲੱਜਤ ਚੀਤ ਨਕੇਤ ਬਰਿਓ ਦੁਰਬੈਸਿਓ। ਇਸ ਤਰ੍ਹਾਂ ਭਾਈਆ ਜੈ ਰਾਮ ਚਿੱਤ ਵਿੱਚ ਤੇ ਬੜੇ ਸ਼ਰਮਸ਼ਾਰ ਹੋ ਰਹੇ ਹੈ, ਤੇ ਜਿਹਦੇ ਕਰਕੇ ਘਰ ਵਿੱਚ ਛੁਪ ਕੇ ਬੈਠ ਗਿਆ ਭਾਈਆ ਜੈ ਰਾਮ ਵਿਚਾਰਾ। ਗਰੀਬ ਨੀਵ ਕਰਮਸ਼ਟ ਸੋਚ ਤਨ ਜੈਸਿਓ। ਗਰਦਨ ਜਿਹੜੀ ਨੀਵੀਂ ਕੀਤੀ ਹੈ, ਚੁੱਪ ਧਾਰਨ ਕੀਤੀ ਹੈ, ਸੋਚਾਂ ਦਾ ਤੇ ਮਾਨੋ ਸਰੀਰ ਹੀ ਧਾਰਨ ਕਰ ਲਿਆ, ਮਾਨੋ ਜਿਹੜੀ ਚਿੰਤਾ ਉਹਨੇ ਸਰੀਰ ਧਾਰਨ ਕੀਤਾ ਉਹਦਾ ਹੀ ਵਜੂਦ ਹੈ। ਧਰਨ ਖਨਤ ਚਖ ਨੀਰ ਭਰੇ ਭਰ ਆਵਈ। ਜਿਹੜੇ ਬੈਠੇ ਹੋਏ ਧਰਤੀ ਜਿਹਨੂੰ ਉਂਗਲਾਂ ਦੇ ਨਾਲ ਖੁਰਚੀ ਜਾਂਦੇ ਹੈ, ਨੇਤਰਾਂ 'ਚੋਂ ਜਲ ਵਗੀ ਜਾਂਦਾ ਹੈ, ਭਰ ਭਰ ਕੇ ਆਉਂਦੇ ਹੈ ਅਥਰੂ। ਹੋ ਕਰੁਣਾ ਮੂਰਤ ਧਰੀ ਮਨੋ ਪਛਤਾਵਈ। ਮਾਨੋ ਕਿ ਜੋ ਭਾਈਆ ਜੈ ਰਾਮ ਜੀ ਹਨ, ਉਹਨਾਂ ਦਾ ਜਿਹੜਾ ਸਰੂਪ ਹੈ, ਮੂਰਤ ਹੈ, ਉਹ ਤੇ ਕਰਨਾ ਨੇ ਮਾਨੋ ਮੂਰਤ ਧਾਰਨ ਕੀਤੀ, ਦਇਆ ਗਰੀਬੀ ਨਹੀਂ। ਤੇ ਮਨ ਵਿੱਚ ਦੇ ਬਹੁਤ ਪਛਤਾਉਂਦਾ ਹੈ ਵੀ ਇਹ ਕੀ ਹੋ ਗਿਆ ਸਾਡੇ ਨਾਲ। ਲਖਿਓ ਨਾਨਕੀ ਤਿਸਾ ਤੁੰਡ ਮੁਰਝਾਇਆ। ਇੱਧਰ ਭੈਣ ਨਾਨਕੀ ਜੀ ਨੇ ਵੇਖ ਕੇ ਜਾਣਾ ਵੀ ਮੇਰੇ ਮਾਲਕ ਦਾ ਜਿਹੜਾ ਮੁੱਖ ਉਹਦੇ ਮੁਰਝਾਇਆ ਪਿਆ ਹੈ। ਜਲ ਬਿਨ ਤੋਰੀ ਨਾਲ ਕਮਲ ਕਮਲਾਇਆ। ਵੀ ਜਿਵੇਂ ਜਲ ਤੋਂ ਬਿਨਾ ਕਮਲ ਦੀ ਨਾਲ ਟੁੱਟ ਜਾਵੇ ਤੇ ਕਮਲ ਮੁਰਝਾ ਜਾਂਦਾ, ਕੁਮਲਾ ਜਾਂਦਾ, ਵੀ ਉਹੀ ਹਾਲ ਹੋਇਆ ਪਿਆ ਹੈ। ਚਿਤ ਚਕਰਤ ਅਤ ਚਿੰਤ ਕਹੋ ਕਸ ਪੀਤ ਮੇ। ਚਿੱਤ ਵਿੱਚ ਹੈਰਾਨ ਜੇ ਹੋ ਗਏ ਬੜੀ ਚਿੰਤਾ ਨਾਲ
ਤੇ ਕਿਹਾ ਵੀ ਮਾਲਕ ਤੁਹਾਨੂੰ ਕੀ ਹੋ ਗਿਆ ਹੈ, ਅੱਜ ਜਿਹੜੀ ਤੁਹਾਡੀ ਪਰੇਸ਼ਾਨੀ ਉਹ ਦੱਸੋ ਸਾਨੂੰ। ਹੋ ਸ਼ੋਕ ਸਿੰਧ ਮਹਿ ਮਗਨ ਬਤਾਵਹੁ ਨਿਜ ਗਮੈ। ਹੇ ਮਾਲਕ, ਤੁਸੀਂ ਨੇ ਗਮ ਦੇ ਸਮੁੰਦਰ ਵਿੱਚ ਹੀ ਲੀਨ ਹੋ ਗਏ, ਆਪਣਾ ਗਮ ਤੇ ਦੱਸੋ ਵੀ ਕੀ ਗੱਲ ਹੋਈ ਹੈ। ਉਚਰੇ ਬਚਨ ਜਰਾਮ ਅਕੀਰਤ ਜਹ ਤਹਾਂ। ਕਹਿਣ ਲੱਗੇ, ਹੇ ਪਤਨੀ ਨਾਨਕੀ, ਮੈਂ ਕੀ ਦੱਸਾਂ ਕਿ ਜਿਹੜਾ ਹੈ ਜਿੱਥੇ ਕਿਥੇ ਵੀ ਸਾਡੀ ਤੇ ਨਿੰਦਿਆ ਹੀ ਹੋ ਰਹੀ ਸੁਲਤਾਨਪੁਰ ਵਿੱਚ। ਧਰਮ ਰੀਤ ਵਿਪਰੀਤ ਚਿੰਤ ਚਿਤ ਮੋਹਿ ਮਹਾ। ਜਿਹੜੀ ਧਰਮ ਦੀ ਰੀਤੀ ਹੈ ਨਾ ਨੇਕ, ਉਹ ਤੋਂ ਤੇ ਉਲਟੀ ਰੀਤੀ ਹੋ ਰਹੀ ਹੈ ਸੁਲਤਾਨਪੁਰ ਵਿੱਚ। ਚਿੱਤ ਵਿੱਚ ਚਿੰਤਾ ਹੈ ਮੇਰੇ ਬਹੁਤ। ਰਾਤ ਤੁਮਾਰੋ ਗਇਓ ਸੰਗ ਨ੍ਰਿਪ ਖਾਨ ਕੇ। ਜੋ ਤੇਰੇ ਭਰਾ ਗੁਰੂ ਨਾਨਕ ਸਾਹਿਬ ਹੈ, ਉਹ ਜੋ ਨਵਾਬ ਦੌਲਤ ਖਾਂ ਉਹਦੇ ਨਾਲ ਗਏ ਹੈ ਮਸੀਤ ਵੱਲ। ਹੋ ਕਰ ਹੈ ਆਜ ਨਿਵਾਜ ਮਸੀਤ ਭਿਆਨ ਕੇ। ਆ ਮਸੀਤ ਵੱਲ ਨੂੰ ਚਲੇ ਜਾ ਰਹੇ ਹੈ। ਵੇਖੀ ਅੱਜ ਉਹ ਨਵਾਬ ਬਹੁਤ ਕੱਟੜ ਹੈ, ਉਹਨਾਂ ਨੇ ਨਵਾਜ਼ ਕਰਵਾ ਲੈਣੀ, ਨਵਾਜ਼ ਕਰ ਰਹੇ ਹਨ। ਚਤੁਰ ਬਰਨ ਮੋਹਿ ਰੋਰ ਤੁਰਕ ਤਹ ਹੋਏ ਹੈ। ਚਾਰੇ ਵਰਨਾ ਖੱਤਰੀ ਬ੍ਰਾਹਮਣ ਸੂਦ ਵੈਸ ਵਿੱਚ ਤੇ ਰੌਲਾ ਪਿਆ ਹੋਇਆ ਪੂਰੇ ਸੁਲਤਾਨਪੁਰ ਵਿੱਚ ਕਿ ਅੱਜ ਗੁਰੂ ਨਾਨਕ ਸਾਹਿਬ ਦੇ ਮੁਸਲਮਾਨ ਹੋਏ ਜਾਣੇ ਹੈ ਪੱਕੇ। ਗਇਓ ਖਾਨ ਚੱਲ ਆਪ ਸੰਗ ਬਹੁ ਲੋਏ ਹੈ। ਨਵਾਬ ਦੌਲਤ ਖਾਂ ਆਪ ਵੀ ਚੱਲ ਕੇ ਗਿਆ ਤੇ ਲੋਕ ਵੀ ਬੜੇ ਇਕੱਠੇ ਹੋਏ ਹੈ ਨਾਨਕੀ। ਸ਼ੋਕ ਸਿੰਧ ਮਹਿ ਮਗਨ ਸੁਣਤ ਮਮ ਮਨ ਭਇਓ। ਜਿਹੜਾ ਗਮ ਦਾ ਸਮੁੰਦਰ ਹੈ ਉਹਦੇ ਵਿੱਚ ਮੈਂ ਲੀਨ ਹੋ ਗਿਆ, ਸੁਣ ਕੇ ਮੇਰਾ ਤੇ ਮਨ ਹੀ ਬੜਾ ਮੁਰਝਾ ਗਿਆ ਹੈ ਨਾਨਕੀ। ਸੋਗ ਦੇ ਗਮ ਸਮੁੰਦਰ ਵਿੱਚ ਡੁੱਬ ਗਿਆ ਹੈ ਮੇਰਾ ਮਨ। ਹੋ ਪੋਤ ਨਾ ਪ੍ਰਾਪਤ ਮੋਹੇ ਜਤਨ ਬਹੁ ਵਿਦ ਠਾਇਓ। ਮੈਂ ਤੇ ਬਹੁਤ ਜਿਹੜੇ ਯਤਨ ਹੈ ਨਾ ਢੰਗ ਤਰੀਕੇ ਕੀਤੇ ਹੈ, ਸੋਚੇ ਹੈ, ਪਰ ਯਤਨਾ ਰੂਪੀ ਜਿਹੜਾ ਜਹਾਜ਼ ਉਹ ਤੇ ਮੈਨੂੰ ਪ੍ਰਾਪਤ ਹੀ ਨਹੀਂ ਹੋਇਆ। ਭਨਤ ਨਾਨਕੀ ਬਚਨਾ ਨਾ ਚਿੰਤਾ ਕੀਜੀਏ। ਭੈਣ ਨਾਨਕੀ ਜੀ ਦੀ ਅਡੋਲ ਅਵਸਥਾ, ਇੱਕ ਰਸ ਅਵਸਥਾ, ਕਹਿਣ ਲੱਗੀ ਮੇਰੇ ਮਾਲਕ ਜੈ ਰਾਮ ਜੀ, ਆ ਚਿੱਤ ਵਿੱਚ ਚਿੰਤਾ ਨਾ ਕਰੀਏ ਕਿਸੇ ਗੱਲ ਦੀ। ਪਰਮ ਨਾ ਭੁੱਲੋ ਭੇਵ ਭਲੇ ਲਖ ਲੀਜੀਏ। ਆ ਤੁਸੀਂ ਭਰਮ ਵਿੱਚ ਨਾ ਭੁੱਲੋ, ਚੰਗੀ ਤਰ੍ਹਾਂ ਜਿਹੜਾ ਭੇਦ ਹੈ ਨਾ ਗੁਰੂ ਮਹਾਰਾਜ ਮੇਰੇ ਭਰਾ ਜੀ ਦਾ ਜਾਣ ਲਈਏ। ਭਰਾਤ ਹਮਾਰੋ ਭਇਓ ਭੇਸ ਨਰ ਭਗਤ ਕੋ। ਜੋ ਮੇਰੇ ਭਰਾ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦਾ ਜਿਹੜਾ ਮਨੁੱਖਾਂ ਵਾਲਾ ਸਰੀਰ ਧਾਰਨ ਕੀਤਾ ਉਹ ਐਵੇਂ ਨਹੀਂ ਹੈ। ਉਹ ਤੇ ਜਿਹੜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ ਨਾ, ਉਸ ਨੇ ਮਨੁੱਖਾਂ ਵਾਲਾ ਸਰੀਰ ਧਾਰਨ ਕੀਤਾ ਹੈ ਮੇਰੇ ਮਾਲਕ। ਹੋ ਤ੍ਰੈ ਲੋਕਨ ਕੋ ਕੰਤ ਰਚਿਓ ਜਿਨ ਜਗਤ ਕੋ। ਜਿਸ ਪਰਮੇਸ਼ਰ ਨੇ ਆ ਤਿੰਨੇ ਲੋਕ ਰਚੇ ਹੈ ਨਾ, ਜਿਹਨੇ ਆ ਜਗਤ ਬਣਾਇਆ ਹੈ, ਉਹ ਹੈ ਮੇਰੇ ਭਰਾ ਗੁਰੂ ਨਾਨਕ ਸਾਹਿਬ। ਪੰਨਗ ਦਾਨਵ ਅਮਰ ਬਰਨ ਕਿਨਰ ਧਰਾ। ਜੋ ਆ ਪੰਨਗ ਸੱਪ ਹਨ, ਜਿਹੜੇ ਆ ਬਾਸਕ, ਸ਼ੇਸ਼ਨਾਗ, ਤੱਛਕ, ਹੋਰ ਜਿਹੜੇ 8 ਕਿਸਮਾਂ ਦੇ ਬੇਅੰਤ ਜਿੰਨੇ ਸੱਪ ਹੈ, ਇਹਦੇ ਵੱਡੇ ਮੁੱਖ ਸੱਪ ਹਨ। ਦਾਨਵ ਜਿਹੜੇ ਦੈਂਤ ਹੈ, ਅਮਰ ਜਿਹੜੇ ਦੇਵਤੇ ਹੈ, ਵਰਨ ਜਿਹੜੇ ਹਨ ਵਰਨ ਦੇਵਤਾ, ਤੇ ਕਿੰਨਰ ਜਿਹੜੇ ਦੇਵਤੇ ਹਨ, ਤੇ ਧਰਤੀ। ਮਾਰ ਤਾਂਡ ਜਮ ਇੰਦ ਇੰਦਰ ਹਰ ਜਗ ਕਰਾ। ਜੋ ਮਾਰਤੰਡ ਸੂਰਜ ਹੈ, ਜਮ ਜੋ ਜਮ ਹੈ, ਤੇ ਜਮ ਦਾ ਜੋ ਮਾਲਕ ਧਰਮ ਰਾਜਾ ਹੈ। ਇੰਦ ਜੋ ਇੰਦਰ ਹੈ, ਇੰਦਰ ਸ਼ਿਵ ਜੀ ਹੈ। ਇਸੇ ਤਰ੍ਹਾਂ ਜਗ ਕਰਾ ਜੋ ਬ੍ਰਹਮਾ ਹੈ। ਪੌਣ ਬਨ ਦਿਗਪਾਲ ਜਾਏ ਨਾ ਫੇਰਈ। ਇਸੇ ਤਰ੍ਹਾਂ ਪੌਣ ਦੇਵਤਾ, ਅਗਨੀ ਦੇਵਤਾ, ਦਿਗਪਾਲ ਜੋ 8 ਦਿਸ਼ਾ ਨੂੰ ਪਾਲਣ ਵਾਲੇ ਹਨ। ਇਹ ਸਭ ਜਿਹਨੇ ਗਣਾਏ ਨਾ ਮੇਰੇ ਮਾਲਕ ਜੈ ਰਾਮ ਜੀ, ਮੇਰੇ ਪਤੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਵਿੱਚ ਰਹਿੰਦੇ, ਆਗਿਆ ਨਹੀਂ ਮੋੜ ਸਕਦੇ ਕਦੀ ਵੀ। ਹੋ ਨਰ ਬਪੁਰਾ ਹੈ ਕੌਣ ਬੰਕ ਦ੍ਰਿਗ ਹੇਰਈ। ਫਿਰ ਇਹ ਜਿਹੜਾ ਨਵਾਬ ਹੈ ਵਿਚਾਰਾ, ਮਨੁੱਖ ਵਿਚਾਰਾ, ਇਹ ਬੜਾ ਕੀ ਹੈ ਕਿ ਬੜਾ ਟੇਢੀ ਜੀ ਅੱਖ ਨਾਲ ਮਹਾਰਾਜ ਵੱਲ ਵੇਖੇ। ਤਿਸ ਕੀ ਚਿੰਤਾ ਚੀਤਰ ਤੀਕ ਨਾ ਕੀਜੀਏ। ਇਸ ਕਰਕੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਚਿੰਤਾ ਨਾ ਚਿੱਤ ਵਿੱਚ, ਉਹ ਰੱਤੀ
ਮਾਤਰ ਵੀ ਨਾ ਕਰੀਏ। ਲੱਜਤ ਤਿਨ ਕੋ ਕਰਹਿ ਸੋ ਆਏ ਲਖੀਜੀਏ। ਆ ਮਨ ਵਿੱਚ ਜਾਣ ਲਓ ਤੁਸੀਂ ਚੰਗੀ ਤਰ੍ਹਾਂ ਵੀ ਉਹਨਾਂ ਨੂੰ ਹੀ ਸ਼ਰਮਸ਼ਾਰ ਕਰਕੇ ਗੁਰੂ ਨਾਨਕ ਸਾਹਿਬ ਘਰ ਆਉਣਗੇ। ਤੁਮ ਹੁਵੈ ਸੰਗ ਆਨੰਦ ਰਸੋਈ ਖਾਈਐ। ਤੁਸੀਂ ਮਾਲਕ ਜੀ ਆ ਚੰਗੀ ਤਰ੍ਹਾਂ ਆਨੰਦ ਖੁਸ਼ ਹੋ ਕੇ ਭੋਜਨ ਪ੍ਰਸ਼ਾਦਾ ਖਾਈਏ। ਹੋ ਨਹੀਂ ਹਿਰਦੈ ਪ੍ਰਤੀਤ ਤਾ ਬਿਪਰ ਪਠਾਈਏ। ਜੇ ਤੁਹਾਨੂੰ ਨਹੀਂ ਨਾ ਭਰੋਸਾ ਵੀ ਐਵੇਂ ਹੋ ਨਹੀਂ ਸਕਦਾ ਵੀ ਅੱਜ ਮੇਰੇ ਭਰਾ ਮੁਸਲਮਾਨ ਹੋ ਹੀ ਜਾਣੇ ਆ, ਨਹੀਂ ਯਕੀਨ ਭਰੋਸਾ ਤੇ ਜਿਹੜਾ ਬ੍ਰਾਹਮਣ ਨਿੱਧਾ ਨੂੰ ਤੁਸੀਂ ਭੇਜ ਦਈਏ ਮਸੀਤ ਵਿੱਚ। ਭੇਜਿਓ ਨਿੱਧਾ ਦੂਤ ਮਸੀਤ ਹੈ ਦਿਸ਼ ਗਇਓ। ਇਹ ਫਿਰ ਨਿੱਧੇ ਬ੍ਰਾਹਮਣ ਨੂੰ ਆਵਾਜ਼ ਮਾਰੀ ਹੈ ਜੈ ਰਾਮ ਜੀ ਨੇ ਭੇਜਿਆ ਵੀ ਜਾ ਕੇ ਵੇਖੋ ਤੇ ਕੀ ਹੁੰਦਾ ਹੈ, ਤੇ ਉਸੇ ਵੇਲੇ ਮਸੀਤ ਦੀ ਤਰਫ ਚੱਲ ਪਿਆ ਨਿੱਧਾ ਬ੍ਰਾਹਮਣ। ਪੀਰ ਭੂਰ ਪਰ ਰਹੀ ਸਥਾਨ ਨਾ ਤਹ ਰਹਿਓ। ਉੱਥੇ ਤੇ ਕਹਿੰਦੇ ਮਸੀਤ ਵਿੱਚ ਇੰਨੀ ਭੀੜ ਭਰ ਗਈ ਹੈ ਕੋਈ ਪੈਰ ਰੱਖਣ ਨੂੰ ਥਾਂ ਹੀ ਨਹੀਂ ਰਹਿ ਗਿਆ। ਏਕ ਏਕ ਕੋ ਲੰਗ ਤਾਏ ਤਸ ਅੰਤਰੇ। ਇੱਧਰ ਨਿੱਧਾ ਬ੍ਰਾਹਮਣ ਇੱਕ ਇੱਕ ਨੂੰ ਲੰਘ ਕੇ ਦੌੜ ਕੇ ਦੇ ਅੰਦਰ ਧਸ ਗਿਆ ਵੜ ਗਿਆ ਹੈ। ਹੋ ਕਰੁਣਾ ਨਿਧ ਕੋ ਦੇਖ ਬਸੂਰ ਹੈ ਔਰ ਖਰੇ। ਕਰਨ ਕਿਰਪਾ ਦੇ ਖਜ਼ਾਨੇ ਜੋ ਮੇਰ ਦੇ ਖਜ਼ਾਨੇ ਹੈ ਨਾ ਗੁਰੂ ਨਾਨਕ ਸਾਹਿਬ, ਉਹਨਾਂ ਮੰਨੀ ਦੇ ਕੇ ਨਿੱਧਾ ਬ੍ਰਾਹਮਣ ਤੇ ਖੜਿਆਂ ਹੋ ਕੇ ਹਿਰਦੇ 'ਚ ਬੜਾ ਝੂਰਦਾ ਵੀ ਬੜੀ ਮਾੜੀ ਗੱਲ ਹੈ ਨਵਾਬ ਵਾਸਤੇ। ਦੋਹਰਾ ਪਹੁੰਚਿਓ ਨਿਕਟ ਨਾ ਸ੍ਰੀ ਗੁਰੂ। ਇਸ ਤਰ੍ਹਾਂ ਜਿਹੜਾ ਇਹ ਨਿੱਧਾ ਬ੍ਰਾਹਮਣ ਹੈ ਗੁਰੂ ਮਹਾਰਾਜ ਦੇ ਕੋਲ ਨਹੀਂ ਪਹੁੰਚ ਸਕਿਆ। ਭੀੜ ਭਾਈ ਭਰਪੂਰ ਉੱਥੇ ਦੇ ਬਹੁਤ ਜਿਹੜੀ ਭੀੜ ਭਰੀ ਹੋਈ ਸੀ। ਕਵ ਸੰਤੋਖ ਸਿੰਘ ਧਿਆਏ ਅਬ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਮੈਂ ਕਵੀ ਸਾਧ ਸੰਗਤ ਜੀ ਇੱਥੇ ਜਿਹੜਾ ਗੁਰੂ ਮਹਾਰਾਜ ਦਾ ਪਵਿੱਤਰ ਜਿਹੜਾ ਇਤਿਹਾਸ ਦਾ ਅਧਿਆਇ ਹੈ ਹੁਣ ਸਮਾਪਤ ਕਰਦਾ ਹਾਂ। ਇੱਥੇ ਸਮਾਪਤ ਹੋ ਗਿਆ ਇਹ ਅਧਿਆਇ। ਪੂਰਨ ਭਾ ਸੁਖ ਮੂਰ। ਜੋ ਸੁੱਖਾਂ ਦੇ ਮੁੱਢ ਹੈ ਨਾ ਗੁਰੂ ਨਾਨਕ ਸਾਹਿਬ, ਉਹਨਾਂ ਦੀ ਪਵਿੱਤਰ ਕਥਾ ਦਾ ਇੱਥੇ ਪ੍ਰਸੰਗ ਸਾਧ ਸੰਗਤ ਜੀ ਸਮਾਪਤ ਹੋ ਗਿਆ ਹੈ। ਅੱਗੇ ਜਿਵੇਂ ਕਥਾ ਵਿਚਾਰ ਆਵੇਗੀ ਆਪ ਜੀ ਸਰਵਣ ਕਰਨਾ, ਹੁਣ ਇੱਥੇ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਰ ਦੇ ਨਿਬਾਬ ਪ੍ਰਸੰਗ ਵਰਣਨ ਨਾਮ 31ਵਾਂ ਅਧਿਆਏ। ਇੱਥੇ ਜਿਹੜੇ 31 ਅਧਿਆਏ ਹੈ ਪੂਰਬਾਰਦ ਦੇ ਉਹ ਸਮਾਪਤ ਹੋਏ ਆ, ਜਿਹਦੇ ਵਿੱਚ ਨਵਾਬ ਦੇ ਨਾਲ ਬਚਨ ਵਿਲਾਸਾਂ ਦਾ ਜਿਹੜਾ ਪ੍ਰਸੰਗ ਆਇਆ ਹੈ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪ੍ਰਸੰਗ ਸੰਪੂਰਨ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਪਹੁੰਚਿਓ ਨਿਕਟ ਨਾ ਸ੍ਰੀ ਗੁਰੂ ਪੀਰ ਭਈ ਭਰਪੂਰ। ਕਵ ਸੰਤੋਖ ਸਿੰਘ ਧਿਆਏ ਅਬ ਪੂਰਨ ਭਾ ਸੁਖ ਮੂਰ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਰ ਦੇ ਨਬਾਬ ਪ੍ਰਸੰਗ ਵਰਣਨ ਨਾਮ 31ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।